ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਇਸੇ ਹਫਤੇ ਬਿਹਾਰ ਵਿੱਚ ਵੋਟਾਂ ਪੈਣ ਵਾਲੀਆਂ ਹਨ ਤੇ ਸਿਆਸੀ ਪੰਡਤ ਦੱਸਦੇ ਹਨ ਕਿ ਬਿਹਾਰ ਦੀਆਂ ਚੋਣਾਂ ਦੇਸ਼ ਦੀ ਰਾਜਨੀਤੀ ਤੈਅ ਕਰਦੀਆਂ ਹਨ। ਇੱਕ ਤਾਂ ਬਿਹਾਰ ਸਾਡੇ ਦੇਸ਼ ਦਾ ਸਭ ਤੋਂ ਬਿਮਾਰ ਸੂਬਾ ਹੈ। ਅੱਤ ਦੀ ਗਰੀਬੀ, ਜਾਤ ਪਾਤ, ਪਿਛੜਾਪਨ, ਅਨਪੜ੍ਹਤਾ, ਬੇਰੁਜ਼ਗਾਰੀ। ਦੂਜਾ, ਬਿਹਾਰ ਬਾਰੇ ਹੁਣ ਭਾਜਪਾ ਦਾ ਵੀ ਤੇ ਲਾਲੂ ਯਾਦਵ ਦੇ ਫਰਜ਼ੰਦ ਤੇਜਸਵੀ ਯਾਦਵ ਦਾ ਵੀ ਵਾਅਦਾ ਇਹ ਹੈ ਕਿ ਬਸ ਹੁਣ ਇਹਨੂੰ ਸਵਰਗ ਬਣਾ ਦੇਣਾ। ਇੱਕ ਤੀਜਾ ਸਿਤਾਰਾ ਉਭਰਿਆ ਹੈ, ਪ੍ਰਸ਼ਾਂਤ ਕਿਸ਼ੋਰ। ਉਹਦਾ ਕਹਿਣਾ ਹੈ ਕਿ ਸਵਰਗ ਬਣਾਉਣ ਦਾ ਫਾਰਮੂਲਾ ਸਿਰਫ ਉਹਦੇ ਕੋਲ ਹੈ। ਪਿਛਲੇ 20 ਸਾਲ ਤੋਂ ਨਿਤੀਸ਼ ਕੁਮਾਰ ਮੁੱਖ ਮੰਤਰੀ ਦੀ ਕੁਰਸੀ ਉੱਤੇ ਬਿਰਾਜਮਾਨ ਹਨ, ਪਰ ਨਰਿੰਦਰ ਮੋਦੀ, ਅਮਿਤ ਸ਼ਾਹ ਹੋਰੀ ਇਹ ਸਾਰੇ ਕਸੂਰ ਸਾਰਾ ਲਾਲੂ ਯਾਦਵ ਦੇ ਜੰਗਲ ਰਾਜ ਦਾ ਕੱਢ ਰਹੇ ਹਨ। ਲਾਲੂ ਜੀ ਨਿਤੀਸ਼ ਕੁਮਾਰ ਤੋਂ ਪਹਿਲਾਂ 15 ਸਾਲ ਮੁੱਖ ਮੰਤਰੀ ਰਹੇ ਸਨ, ਡਾਇਰੈਕਟ ਜਾਂ ਵਾਇਆ ਰਬੜੀ ਦੇਵੀ ਜੀ। ਉਹਨਾਂ ਦਾ ਦਾਅਵਾ ਸਮਾਜਿਕ ਨਿਆਂ ਦਾ ਸੀ, ਸੋਸ਼ਲ ਜਸਟਿਸ ਦਾ। ਸਮਾਜ ਵਿੱਚ ਨਿਆਂ ਹੋ ਜਾਵੇ ਤਾਂ ਵੈਸੇ ਹੀ ਸਵਰਗ ਬਣ ਜਾਵੇ ਧਰਤੀ ਉੱਤੇ। ਆਫਟਰ ਆਲ ਅੰਤ ਨੂੰ ਹੋਣਾ ਵੀ ਤੇ ਇਹੀ ਹੈ, ਲਿਖਿਆ ਪਵਿੱਤਰ ਕਿਤਾਬ ਵਿੱਚ, ਦਾ ਮੀਕ ਸ਼ੈਲ ਇਨਹੈਰਿਟ ਦਾ ਅਰਥ। ਬਸ ਵਾਰੀ ਨਹੀਂ ਆ ਰਹੀ ਗਰੀਬ ਦੀ। ਪੰਜਾਬ ਦਾ ਵੀ ਇੱਕ ਕੁਨੈਕਟ ਹੈ ਬਿਹਾਰ ਨਾਲ। ਇੱਕ ਛੋਟਾ ਜਿਹਾ ਬਿਹਾਰ ਪੰਜਾਬ ਵਿੱਚ ਵਸਦਾ। ਬਹੁਤ ਸਾਰੇ ਪ੍ਰਵਾਸੀ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਇੱਥੇ ਆਉਂਦੇ ਹਨ। ਉਹਨਾਂ ਦੀ ਗਿਣਤੀ ਵੱਧ ਰਹੀ ਹੈ ਤੇ ਉਹਨਾਂ ਦੇ ਇੱਥੇ ਪੱਕੇ ਪੈਰੀ ਹੋਣਾ ਕੁਝ ਖਦਸ਼ੇ ਵੀ ਖੜੇ ਕਰ ਰਿਹਾ, ਕੁਝ ਕਨਫਲਿਕਟ ਵੀ ਆ ਰਹੀ ਹੈ। ਸੋ ਬਿਹਾਰ ਦੀ ਰਾਜਨੀਤੀ, ਉੱਥੋਂ ਦੀ ਆਵਾਜ਼ਾਰੀ ਸਾਨੂੰ ਸਿੱਧਿਆਂ ਪ੍ਰਭਾਵਿਤ ਕਰਦੀ ਹੈ। ਵੈਸੇ 10ਵੇਂ ਪਾਤਸ਼ਾਹ ਦੀ ਧਰਤੀ ਹੈ। ਬਿਹਾਰ ਦੀ ਰਾਜਧਾਨੀ ਦੇ ਨਾਮ ਨਾਲ ਸਾਹਿਬ ਦਾ ਖਿਤਾਬ ਕਲਗੀਧਰ ਪਾਤਸ਼ਾਹ ਦੇ ਸਬਬ ਨਾਲ ਜੁੜਿਆ ਤਾਂ ਪਟਨਾ ਸਾਹਿਬ ਬਣਿਆ। ਇਨਕਲਾਬਾਂ ਦੀ ਧਰਤੀ ਹੈ, ਚੰਪਾਰਨ ਦੇ ਸੱਤਿਆਗ੍ਰਹਿ ਦੀ ਧਰਤੀ ਹੈ, ਖੇਤੀ ਅੰਦੋਲਨਾਂ ਦੀ, ਸਮਾਜਿਕ ਇਨਕਲਾਬ ਦੀ ਗੱਲ ਕਰਨ ਵਾਲਿਆਂ ਦੀ ਧਰਤੀ ਹੈ, ਜੈ ਪ੍ਰਕਾਸ਼ ਨਾਰਾਇਣ ਦੇ ਉਸ ਸੰਪੂਰਨ ਇਨਕਲਾਬ ਦੀ ਧਰਤੀ ਹੈ, ਟੋਟਲ ਰੈਵੋਲੂਸ਼ਨ ਵਾਲੀ, ਜਿੱਥੋਂ ਐਮਰਜੈਂਸੀ ਲੱਗਣ ਦਾ ਸਬਬ ਬਣਿਆ ਤੇ ਫਿਰ ਨਾਬਰੀ ਦਾ ਪਰਵਾਨਾ ਪੰਜਾਬ ਹਿੱਕ ਠੋਕ ਕੇ ਉਸ ਐਮਰਜੈਂਸੀ ਦੇ ਸਾਹਮਣੇ ਖੜਾ ਹੋ ਗਿਆ। ਜਿਸ ਸੂਬੇ ਨੇ ਸਾਡੀ ਰਾਜਨੀਤੀ ਵਿੱਚ ਸਮਾਜਿਕ ਨਿਆਂ ਦੀ ਗੱਲ ਤੋਰੀ ਹੋਵੇ ਤੇ ਜਿਹੜੀ ਚੋਣ ਬਾਰੇ ਇਹ ਕਿਹਾ ਜਾ ਰਿਹਾ ਹੋਵੇ ਕਿ ਇਹ ਭਾਰਤ ਦੀ ਰਾਜਨੀਤੀ ਤੈਅ ਕਰ ਸਕਦੀ ਹੈ, ਫਿਰ ਉਹਨੂੰ ਬਰੀਕੀ ਨਾਲ ਸਮਝਣਾ ਚਾਹੀਦਾ। ਇਸ ਵਿੱਚ ਮਦਦ ਲਈ ਅੱਜ ਮੈਂ ਮਦੂ ਕੀਤਾ ਹੈ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਜੀ ਨੂੰ। ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਜੀ ਬਿਹਾਰ ਦੀ ਰਾਜਨੀਤੀ ਦੇ ਐਕਸਪਰਟ ਹਨ। ਆਪ खुद भी बिहार तो हन, बल्कि पटना साहिब से पाटलिपुत्र से हैं आप। पाटलिपुत्र से हैं, है ना जी। पाटलिपुत्र उदों की गल है ना, उदों पंजाब पाटलिपुत्र च सीगा, बाय द वे कनैक्शन अपना इन्ना नेड़े था। और बलवंत तक्षक जी हन, बहुत ही सीनियर पत्रकार, दहाकियां तो हरियाणा तो लैके बिहार तक आया राम गया राम इत्थे ते उत्थे वहाँ क्या शब्द यूज करते हैं, पलटू राम तक दी पॉलिटिक्स नूं जिहड़ा नीतीश कुमार ਲਈ बार-बार शब्द ਵਰਤਿਆ ਜਾਂਦਾ ਹੈ, ਉਸ ਤੋਂ ਬੜੀ ਚੰਗੀ ਤਰ੍ਹਾਂ ਵਾਕਿਫ ਹਨ ਤੇ ਦੇਖਦੇ ਹਨ ਕਿ ਕਿਸ ਤਰੀਕੇ ਨਾਲ ਸਾਡੀ ਰਾਜਨੀਤੀ ਦੇ ਵਿੱਚ ਇਹ ਜਿਹੜੇ ਕੋਲੀਸ਼ਨਸ ਬਣਦੀਆਂ ਨੇ, ਆਪਸ ਵਿੱਚ ਕੰਪੀਟੀਟਿਵ ਨਾਅਰੇਬਾਜ਼ੀ ਹੈ ਕਿ ਇੱਕ ਜੰਗਲ ਰਾਜ ਦੇਗਾ ਤੇ ਦੂਸਰਾ ਸੁਸ਼ਾਸਨ ਦੇਗਾ, ਚੰਗੀ ਗੁੱਡ ਗਵਰਨੈਂਸ ਦੇਗਾ। ਇਹ ਨਾਰੇ ਇਵੈਂਚੁਅਲੀ ਇੱਕ ਸਟੇਟ ਦੀ ਪੋਲਿਟਿਕਸ ਨੂੰ ਹੀ ਨਹੀਂ, ਦੇਸ਼ ਦੀ ਪੋਲਿਟਿਕਸ ਨੂੰ ਕਿਵੇਂ ਪ੍ਰਭਾਵਿਤ ਕਰਦੇ ਨੇ ਤੇ ਫਿਰ ਇਹ ਫੈਸਲਾ ਹੁੰਦਾ ਵੀ ਭਾਈ ਅਸੀਂ ਜਾ ਕੇ ਕਿਸਾਨ ਅੰਦੋਲਨ ਤੇ ਟਿਕਰੀ ਬਾਰਡਰ ਤੇ ਕਿਹੜੀ ਸਰਕਾਰ ਦੇ ਅਗੇਂਸਟ ਜਾ ਕੇ ਬੈਠਣਾ। ਸੋ ਬਿਹਾਰ ਵਾਲੇ ਇਹ ਵੀ ਡਿਸਾਈਡ ਕਰ ਦਿੰਦੇ ਨੇ। ਸੋ ਪ੍ਰੋਫੈਸਰ ਆਸ਼ੂਤੋਸ਼, ਛੋਟੇ ਛੋਟੇ 2 ਸਵਾਲ ਨੇ, ਪ੍ਰੋਗਰਾਮ ਆਪਾਂ ਹੁਣੇ ਖਤਮ ਕਰ ਦੇਣਾ। ਇੱਕ ਇਹ ਦੱਸੋ ਵੀ ਹੁਣ 6 ਨੂੰ ਵੋਟਾਂ ਪੈਣੀਆਂ ਨੇ ਫਸਟ ਫੇਜ਼ ਦੇ ਵਿੱਚ, ਹੈ ਨਾ, ਤੇ ਫਿਰ 11 ਨੂੰ ਦੂਸਰਾ, ਤੇ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਆਉਣਗੀਆਂ, ਮੁੱਖ ਮੰਤਰੀ ਕੌਣ ਬਣੇਗਾ ਤੇ परसेंटेज किन्नी आएगी, दसो प्रोग्राम खत्म करिए। ये तो बड़ा मुश्किल है, क्योंकि बिहार में क्या है ना कि अभी फिर से एक्स फैक्टर आ गया प्रशांत किशोर जी का। ये एक्स फैक्टर है। और अभी मैं देख रहा था सी वोटर की जो लेटेस्ट जो मूड ऑफ द नेशन सर्वे है और इंडिया टुडे का भी, प्रशांत किशोर एज ए चीफ मिनिस्टरियल कैंडिडेट उनको काफी परसेंटेज वोट मिल रहा है। तो ये तो नहीं है कि वो सीट जीतेंगे, सभी अभी जितने भी पोल पंडित्स हैं वो सब यही कह रहे हैं कि, लेकिन उनको अगर 10% वोट भी आ जाती है, जैसे 10% नहीं तो कम से कम 8-10%, 8-10%, मतलब बिलो 10%, तो फिर बहुत फर्क पड़ सकता है। क्योंकि पिछली बार आप चुनाव में देखो तो 16,000 ਵੋਟ ਦਾ ਅੰਤਰ था या 12,000 ਦੇ ਵੋਟ ਦਾ ਅੰਤਰ था। ਮੈਂ ਥੋੜਾ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ, ਪਿਛਲੀ ਵਾਰ ਵੀ ਜਿਹੜੇ ਗੁੱਟ ਇਸ ਵਾਰੀ ਨੇ ਇਸੇ ਤਰੀਕੇ ਨਾਲ ਹੀ ਲਾਰਜਲੀ ਵੱਡੇ ਗੁੱਟ ਹੀ ਰਹੇ ਸਨ। ਭਾਰਤੀ ਜਨਤਾ ਪਾਰਟੀ ਤੇ ਜੇਡੀਯੂ ਨੇ ਰਲ ਕੇ ਚੋਣ ਲੜੀ ਸੀ, ਹੁਣ ਵੀ ਉਹ ਇਕੱਠੇ ਚੋਣ ਲੜ ਰਹੇ ਨੇ। ਤੇ ਦੂਸਰੇ ਪਾਸੇ ਕਾਂਗਰਸ, ਆਰਜੇਡੀ, ਲਾਲੂ ਪ੍ਰਸਾਦ, ਤੇਜਸਵੀ ਪ੍ਰਸਾਦ ਦੀ ਪਾਰਟੀ ਤੇ ਸੀਪੀਆਈ ਐਮਐਲ ਲਿਬਰੇਸ਼ਨ, ਸੋ ਇਹ ਰਲ ਕੇ ਚੋਣ ਲੜ ਰਹੇ ਨੇ। ਤੇ ਦੋਨਾਂ ਦੇ ਵਿੱਚ ਪਿਛਲੀ ਵਾਰੀ
ਲੈਸ ਦੈਨ 0.5% ਵੋਟ ਦਾ ਫਰਕ ਸੀ। ਟੋਟਲ 12000 ਵੋਟਾਂ ਦਾ ਫਰਕ ਸੀਗਾ ਤੇ ਸਭ ਤੋਂ ਵੱਡੀ ਪਾਰਟੀ ਲਾਲੂ ਪ੍ਰਸਾਦ ਦੀ ਪਾਰਟੀ ਸੀ ਤੇ 78 ਸੀਟਸ 78 ਸੀਟਸ ਹੈ ਨਾ, ਤੇ ਇਹਨਾਂ ਦੀ 75 ਸਮਥਿੰਗ ਲਾਈਕ ਦੈਟ। ਤੇ ਜਿਹੜੇ ਮੁੱਖ ਮੰਤਰੀ ਨੇ ਉਹ ਨਿਤੀਸ਼ ਕੁਮਾਰ ਜੀ ਬਣ ਗਏ ਤੇ ਰਾਜ ਭਾਜਪਾ ਤੇ ਜੇਡੀਯੂ ਦਾ ਰਿਹਾ। ਸੋ ਤੁਸੀਂ ਇਹ ਕਹਿ ਰਹੇ ਹੋ ਜੇ 10% ਮੰਨ ਲਓ, ਜੇ ਅਬਵ 6% ਵੀ ਪ੍ਰਸ਼ਾਂਤ ਕਿਸ਼ੋਰ ਲੈ ਜਾਂਦੇ ਨੇ ਜਿਹੜੇ ਉੱਥੋਂ ਦੀ ਆਮ ਆਦਮੀ ਪਾਰਟੀ ਨੇ, तो बहुत सारी कॉन्स्टिट्यूएंसीज ਮਤਲਬ ਉੱਥੋਂ में ਦੀ फर्क ਨਵੀਂ पड़ जाएगा। ਥਰਡ ਫੋਰਸ, ਜਿਵੇਂ ਇੱਥੇ ਆਮ ਆਦਮੀ ਪਾਰਟੀ ਬਣ ਗਈ ਸੀ, ਉੱਥੋਂ ਦੀ ਨਵੀਂ ਥਰਡ ਫੋਰਸ ਪ੍ਰਸ਼ਾਂਤ force है, ਕਿਸ਼ੋਰ ਨੇ। बिल्कुल। ਸੋ ਜੇ ਪ੍ਰਸ਼ਾਂਤ ਕਿਸ਼ੋਰ 6% ਤੋਂ 10% ਸੀਟਾਂ ਲੈ ਜਾਂਦੇ ਨੇ, ਦੈਟ ਮੀਨਸ 2 ਦਰਜਨ ਤੋਂ ਲੈ ਕੇ ਲਗਭਗ 25-30 ਸੀਟਾਂ 40 ਸੀਟਾਂ ਤੱਕ ਵੀ इधर से ਉਹ उधर हो ਇੰਪੈਕਟ सकता कर है, सकते हैं। उधर। फिर- और फिर ऑलरेडी 9 सीट्स ऐसी हैं जहां की महागठबंधन के जो मेंबर्स हैं वो सारे आपस में लड़ रहे हैं, तो 9 सीट्स ऐसी हैं। उसके अलावा जो एनडीए है उसमें भी काफ़ी जो बहुत सारे कैंडिडेट जो हैं इंडिपेंडेंट खड़े हो रहे हैं। तो अगर ये इस तरह का नैरो मार्जिन रहा तो फिर आप प्रेडिक्ट ਸਰ नहीं ਇਹ कर ਇੰਨਾ सकते। ਨੈਰੋ ਮਾਰਜਨ ਹੈ ਕਿ ਤੁਸੀਂ ਮੈਨੂੰ ਰੋਕੋ ਨਾ, ਮੈਂ ਇਬਤਦਾਈ ਸ਼ਬਦਾਂ ਦੇ ਵਿੱਚ ਸਾਰਾ ਜ਼ੋਰ ਲਾਈ ਜਾ ਰਿਹਾ ਭਾਜਪਾ ਤੇ ਜੇਡੀਯੂ ਤੇ ਆਰਜੇਡੀ ਦੇ ਉੱਤੇ। ਤੁਸੀਂ ਮੈਨੂੰ ਇਹ ਤਾਂ ਦੱਸ ਦਿਓ ਕਿ ਭਾਈ ਕਿੰਗ ਮੇਕਰ ਤਾਂ ਪ੍ਰਸ਼ਾਂਤ ਕਿਸ਼ੋਰ ਹੈ, ਬੇਸਿਕਲੀ ਪ੍ਰਸ਼ਾਂਤ ਕਿਸ਼ੋਰ ਡਿਸਾਈਡ ਕਰੇਗਾ भी मुख्यमंत्री कितने बनना है, किंग मेकर तो अभी भी नीतीश कुमार ही होंगे मुझे लगता है, क्योंकि अगर देखो oh, you're putting your money there. क्योंकि Okay. जेडीयू जो है जेडीयू को अगर 30-40 सीट्स मिल जाती हैं, क्योंकि आप देखो ये चिराग पासवान को 29 सीट्स दिए हैं, मान लो 29 में वो कितने सीट 60% सीट जीतते हैं, तो तब जाकर कुछ बात बन सकती है। अगर मतलब इन्होंने 101 सीट्स लिए हैं, 101 सीट्स बीजेपी ने लिए हैं, तो 101 में अगर मान लो ये मान लो 60-70 सीट्स जीतते हैं ये, तो फिर भी इनको तो चाहिए ना, क्योंकि इनको बहुमत के लिए 122 चाहिए, है ना? 130, तो वहाँ कहाँ से आएगी? तो नीतीश कुमार के हाथ में तो रहेगा ही। ये मैं नहीं कह रहा हूँ कि नीतीश कुमार मुख्यमंत्री बनेंगे, लेकिन नीतीश कुमार भी एक हैं किंग मेकर, और प्रशांत किशोर तो एक किंग मेकर नहीं कहेंगे, प्रशांत किशोर वुड बी अ डिसाइसिव फैक्टर इन द सेंस कि वो किसका वोट कितना ले जाते हैं। मैं ना सारी गल ਤੁਹਾਡੀ ਰਿਪੀਟ ਦੇਣਾ, ਸਵਾਲ ਜਵਾਬ ਮੈਨੂੰ ਇੰਨਾ ਕਲੀਅਰ ਸਮਝ ਆ ਗਿਆ ਹੈ, ਮੈਂ ਦਰਸ਼ਕਾਂ ਨੂੰ ਐ ਕੁਇਕਲੀ ਟ੍ਰਾਂਸਲੇਟ ਕਰ ਦੇਣਾ ਵੀ ਨਿਤੀਸ਼ ਕੁਮਾਰ ਮੁੱਖ ਮੰਤਰੀ ਬਣ ਸਕਦੇ ਨੇ, ਜੇ ਨਾ ਬਣੇ ਤਾਂ ਤੇਜਸਵੀ ਬਣ ਸਕਦੇ ਨੇ, ਤੇ ਇਹਦੇ ਚ ਪ੍ਰਸ਼ਾਂਤ ਕਿਸ਼ੋਰ ਕੋਈ ਵੱਡਾ ਰੋਲ ਅਦਾ ਕਰ ਸਕਦੇ ਨੇ। ਗਿਣਤੀਆਂ ਮਿਤੀਆਂ ਤੇ ਇੱਥੇ ਖਤਮ ਹੋਈ। ਬੇਸਿਕਲੀ ਆਪਾਂ ਨੂੰ ਸਾਰੀ ਅਕਲ ਲਗਾ ਕੇ ਨਹੀਂ ਪਤਾ कि भाई मुख्यमंत्री कौन बनेगा, कन्फ्यूजन बरकरार है। सो लेट अस टॉक अबाउट बिहार। ये है गिनतियां मितियां ਦਾ ਮਸਲਾ। ਬਲਵੰਤ ਜੀ ਇਹ ਜਿਹੜਾ ਥੀਏਟਰ ਹੈ ਨਾ ਬਿਹਾਰ ਦਾ, ਇਹ ਬੇਸਿਕਲੀ ਬਿਹਾਰ ਦੀ ਪੋਲਿਟਿਕਸ ਬਾਰੇ ਗੱਲ ਇਸੇ ਤਰੀਕੇ ਨਾਲ ਹੁੰਦੀ ਹੈ ਜਿਸ ਤਰ੍ਹਾਂ ਅਸੀਂ ਹੁਣ ਕਰ ਰਹੇ ਸੀ ਕਿ ਇਸ ਦੀਆਂ ਕਿੰਨੀਆਂ ਸੀਟਾਂ, ਕੌਣ ਕਿਹਦੇ ਨਾਲ ਕੋਲੀਸ਼ਨ ਕਰ ਲੇਗਾ, ਕੌਣ ਥਰਡ ਫੋਰਸ ਦੇ ਤੌਰ ਤੇ ਹੋ ਕੇ ਆਗੇ, ਕੁਝ 5 ਜਾਂ 6% 10% ਵੋਟਾਂ ਲੈ ਕੇ ਹੋ ਸਕਦਾ 8-10 ਸੀਟਾਂ ਵੀ ਲੈ ਜਾਵੇ, 6 ਸੀਟਾਂ ਵੀ ਲੈ ਜਾਵੇ ਤੇ ਕਿੰਗ ਮੇਕਰ ਬਣ ਜਾਵੇ। ਦਿਸ ਇਜ਼ ਵਾਟ ਬਿਹਾਰ ਗੈਟਸ ਰਿਡਿਊਸ ਟੂ। ਜਦੋਂ ਕਿ ਬਿਹਾਰ ਹੈਗਾ ਗਰੀਬੀ ਬਾਰੇ, ਅਨਪੜ੍ਹਤਾ ਬਾਰੇ, ਵਿਕਾਸ ਦੀ ਅਣਹੋਂਦ ਬਾਰੇ, ਲੋ ਇੰਡਸਟਰੀਅਲਾਈਜੇਸ਼ਨ ਬਾਰੇ, ਸਟੇਟ ਦੀ ਕੈਪੈਸਿਟੀ ਇੰਨੀ ਵੀਕ ਹੋ ਚੁੱਕੀ ਹੈ ਜਿਸ ਨੂੰ ਉਹ ਬਾਰ-ਬਾਰ ਦੂਸਰੇ ਸ਼ਬਦਾਂ 'ਚ ਜੰਗਲ ਰਾਜ ਕਹਿ ਦਿੰਦੇ ਨੇ। ਐਗਰੀਕਲਚਰ ਰਿਫਾਰਮਸ ਉੱਥੇ ਨਹੀਂ ਹੈ, ਲੈਂਡ ਰਿਫਾਰਮਸ ਜਿਹੜੀਆਂ ਕਦੀ ਸਭ ਤੋਂ ਪਹਿਲਾਂ ਸਟਾਰਟ ਹੋਈਆਂ ਸੀ ਉਹ ਇਵੈਂਚੁਅਲੀ ਹੋਈਆਂ ਹੀ ਨਹੀਂ। ਮਾਈਗ੍ਰੇਸ਼ਨ ਦਾ ਇੰਨਾ ਵੱਡਾ ਮੁੱਦਾ ਹੈ, ਐਜੂਕੇਸ਼ਨ ਦਾ, ਹੈਲਥ ਦਾ ਮੁੱਦਾ ਹੈ। ਸੋ ਬੇਸਿਕਲੀ ਜਿਹੜੀ ਲੋਕਾਂ ਦੇ ਮੁੱਦਿਆਂ ਬਾਰੇ ਗੱਲ ਕੀਤੇ ਬਿਨਾਂ ਬਿਹਾਰ ਦੀ ਜਿਹੜੀ ਚੋਣ ਹੈ ਉਹ ਨੈਰੇਟਿਵਸ ਦੇ ਆਧਾਰ ਤੇ ਹੋ ਰਹੀ ਹੈ, ਸਿਰਫ ਬਿਆਨ ਜਿਸ ਤਰ੍ਹਾਂ ਸੇ ਬਣਾਏ ਨੇ। ਯੂ ਥਿੰਕ ਇਹ ਐਕਚੁਅਲੀ ਪੋਲਿਟਿਕਸ ਦੀ ਹਾਰ ਹੈ ਕਿ ਦਿਸ ਇਜ਼ ਹਾਊ ਇਲੈਕਟੋਰਲ ਪੋਲਿਟਿਕਸ ਹਮੇਸ਼ਾ ਇਦਾਂ ਹੀ ਚੱਲੇਗੀ, ਲੋਕਾਂ ਦੇ ਮੁੱਦਿਆਂ ਦਾ ਇਹੀ ਹਾਲ ਹੋਏਗਾ ਜਦੋਂ ਚੋਣਾਂ ਆਉਣਗੀਆਂ ਤਾਂ? देखिए एसपी सिंह जी, मैं ये कह रहा हूँ कि भारतीय जनता पार्टी की तो पूरी कोशिश है कि बिहार का चुनाव जीतना चाहिए किसी भी तरीके से। अगर बिहार का चुनाव भाजपा हारती है तो केंद्र सरकार पर भी उसका असर आएगा निश्चित तौर पे। कितना मतलब बिहार 225 केंद्र 229 ਨੂੰ तय कर देगा? नहीं, मैं सोचता हूँ कि देखिए अभी तो स्थिति यह है कि नीतीश कुमार को उन्होंने मुख्यमंत्री नहीं बनाना है। नीतीश कुमार इस बात को अच्छे से जानते हैं, और नीतीश कुमार को आपने शुरुआत जो की तो पलटू राम से की थी। नीतीश कुमार जी कभी इधर कभी उधर, कभी इधर कभी उधर। अब भी अगर उनको मुख्यमंत्री नहीं बनाया जाता है, और जैसा कि आशुतोष जी कह रहे 30-35 सीटें, उनकी 42 सीटें थी शायद, उतनी तो आएंगी नहीं, उतनी नहीं आएंगी, उससे नीचे आएंगी। 30 के तरफ जेडीयू विल फॉल फर्दर, और नीचे गिरेगी, वो नीचे गिरेगी, और नीचे गिरेगी। उनको मुख्यमंत्री नहीं बनाए तो उनको लालू के पास जाने में कोई दिक्कत नहीं है, कोई दिक्कत नहीं है। मुझे भी लगता है अच्छा, पोस्ट पोल एलायंसेस चेंज हो सकते हैं। और अगर ऐसी स्थिति आती है लालू प्रसाद उनको मुख्यमंत्री बना देते हैं अपने साथ जोड़ के, तो केंद्र को जो सांसद उनके जेडीयू के जो सांसद हैं, वो 12 सांसद अगर लालू की तरफ आते हैं या बीजेपी से हटते हैं
तो सेंट्रल गवर्नमेंट तो को फिर भी सेंट्रल गवर्नमेंट के दिक, भी दिक, दिक्कत में आ direct जाएगी, दिक्कत ये में। बहुत बड़ी वाह। बात कह रहे हैं आप। हाँ हाँ बिल्कुल। लेकिन He's ये being भी है bold. ना जो भारत जाएंगे उधर, क्योंकि ये भी कहा जा रहा है कि बीजेपी के साथ बहुत सारे जैसे ये जो झा जी हैं ये सब मतलब एक तरह से बीजेपी अरे के साथ हो गए। आशुतोष ललन सिंह का जी, भी लग रहा है। ਆਸ਼ੂਤੋਸ਼ ਜੀ, ਜਿਹੜੀ ਸਟੇਟ ਦੇ ਵਿੱਚ ਜੰਗਲ ਰਾਜ ਆਮ ਹੋਵੇ, ਜਿੱਥੇ ਇਲੈਕਸ਼ਨਾਂ ਤੋਂ 2 ਦਿਨ 4 ਦਿਨ ਪਹਿਲਾਂ ਜੰਗਲ ਰਾਜ ਦਾ ਮੁਜ਼ਾਹਰਾ ਹੋ ਰਿਹਾ ਹੋਵੇ, ਮੁਕਾਮਾਂ ਵਿੱਚ ਹੋ ਗਿਆ ਨਾ ਮੁਜ਼ਾਹਰਾ, ਉਡਾ ਦਿੱਤਾ ਨਾ ਕੈਂਡੀਡੇਟ ਪਰ ਜੀ, ਜੀ। ਪ੍ਰਸ਼ਾਂਤ ਕਿਸ਼ੋਰ ਦਾ, ਤੇ ਦੂਜਾ ਅਰੈਸਟ ਹੋ ਰਿਹਾ ਹੈ ਇਹਨਾਂ ਦਾ ਕੈਂਡੀਡੇਟ अनंत सिंह ਜੇਡੀਯੂ ਦਾ ਆਪ ਅਨੰਤ ਸਿੰਘ ਆਪ ਅਰੈਸਟ ਹੋ ਰਿਹਾ ਹੈ। अरेस्ट हो गया। ਹਾਂ हाँ। ਤੋ ਉੱਥੇ ਵਿੱਚੋਂ ਇਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਨਾ ਕਿ ਜਿਹੜੀ ਦੂਸਰੀਆਂ ਰਾਜਨੀਤਿਕ ਪਾਰਟੀਆਂ ਨੇ, ਐਨਫੋਰਸਮੈਂਟ ਡਾਇਰੈਕਟੋਰੇਟ, ਸੀਬੀਆਈ, ਉਹ ਕਦੇ ਲਈ ਬੈਠੀਆਂ ਨੇ, दोनों चीजें हैं। ਉਹ ਨਿਸ਼ਚਿਤ ਸਮੇਂ ਤੌਰ ਕੌਣ ਬਾਰਾ ਜਾਣਗੇ। ਐਨੀਵੇ ਲੈਟ ਮੀ, ਤੁਸੀਂ ਕਿਉਂਕਿ ਪਲਟੂ ਰਾਮ ਦੀ ਗੱਲ ਕੀਤੀ ਇਹਨਾਂ ਨੇ, ਤੁਹਾਨੂੰ ਲੱਗਦਾ, ਲੈਟ ਮੀ ਆਈ ਫਾਈਂਡ ਦਿਸ ਇੰਟਰਸਟਿੰਗ ਕਿ ਨੀਤੀਸ਼ ਕੁਮਾਰ ਸੱਚਮੁੱਚ ਪਲਟੂ ਰਾਮ ਹੈ। ਮਤਲਬ ਮੈਨੂੰ ਲੱਗਦਾ ਉਹ ਆਦਮੀ ਫਲਿਪ ਫਲॉप ਨਹੀਂ ਕਰਦਾ। ਦਿਸ ਇਜ਼ ਨਾਟ ਅਬਾਊਟ ਕਨਫਿਊਜ਼ਨ, ਉਹ ਕੈਲੀਬ੍ਰੇਟ ਕਰਦਾ ਹੈ ਧਿਆਨ ਦੇ ਨਾਲ ਕਿਸ ਵੇਲੇ ਕਿਸ ਕੋਲ ਜਾਣਾ ਹੈ। ਦੇਖੋ ਉਹਨੇ ਇਹ ਫਲਿਪ ਫਲॉप ਕਰਕੇ ਕਦੀ ਇੱਧਰ ਕਦੀ ਉੱਧਰ ਜਾ ਕੇ, ਜਿਸ ਨੂੰ ਇਹ ਕਹਿ ਰਹੇ ਨੇ हमेशा उन्हें- फायदा ही हुआ है। ਫਾਇਦਾ ਹੀ ਹੋਇਆ। ਉਹਨੇ ਦੋ ਕੰਮ ਕਰਤੇ, ਇੱਕ ਤਾਂ ਉਹਨੇ ਜਿਹੜੀ ਇਹ ਆਰਜੇਡੀ ਦੀ ਤੇ ਕਾਂਗਰਸ ਦੀ ਡਾਇਨੈਸਟਿਕ ਪੋਲਿਟਿਕਸ ਹੈ, ਕਦੀ ਲਾਲੂ ਕਦੀ ਤੇਜਸਵੀ, ਇਹਨਾਂ ਨੂੰ ਬਾਹਰ ਰੱਖਿਆ, ਇੱਕ ਡਿਸਟੈਂਸ ਤੇ ਰੱਖਿਆ। ਦੂਸਰੇ ਪਾਸਿਓਂ ਜਿਹੜੀ ਮੋਦੀ ਦੀ ਨੈਸ਼ਨਲਿਸਟ ਵੇਵ ਸੀ ਉਸ ਨੂੰ ਪਾਸੇ ਰੱਖਿਆ। ਸੋ ਆਈ ਥਿੰਕ ਹੀ ਇਜ਼ ਬੀਇੰਗ ਵੈਰੀ ਇੰਟੈਲੀਜੈਂਟ। ਆਪਾਂ ਉਸ ਨੂੰ ਪਲਟੂ ਰਾਮ ਕਹਿ ਰਹੇ ਹਾਂ, ਪਰ ਆਈ ਥਿੰਕ ਉਹ ਬੜੀਆਂ ਸ਼ਰੂਡ ਪੋਲੀਟੀਕਲ ਮੂਵਸ ਹੈ। ਸੋ ਜਿਹੜਾ ਆਦਮੀ ਇੰਨਾ ਸ਼ਰੂਡ ਹੈ ਉਹ ਇਹ ਮੈਨੇਜ ਕਰ ਜਾਏਗਾ ਤੁਹਾਡੇ ਕਹਿਣ ਅਨੁਸਾਰ, ਚਾਹੇ ਇਧਰੋਂ ਬਣ ਜੇ ਕੋਲੀਸ਼ਨ, ਚਾਹੇ ਉਧਰ ਦੀ ਬਣ ਜੇ। ਫਿਰ ਚੀਫ ਮਿਨਿਸਟਰ ਤਾਂ ਨੀਤੀਸ਼ ਕੁਮਾਰ ਹੀ ਬਣ ਰਹੇ ਨੇ। लेकिन एक बात लग रहा है ना कि अब पता नहीं मीडिया जैसे कर रहा है, लेकिन हो सकता है ये प्रोपेगेंडा हो, पर ये बात साफ नजर आ रही है कि नीतीश कुमार अब वो नीतीश कुमार नहीं है। देखो हर एक पॉलिटिशियन का ना एक्सपायरी डेट होता है, तो नीतीश कुमार अब वो नीतीश कुमार अब नहीं है। अब ये बात आप सही कह रहे हैं कि उनके नाम पर अभी भी वोट पड़ेगा। जैसा अभी पुनरायता मैं देख रहा था और सर्वे भी आ रहे हैं कि उनकी एक कॉन्स्टिट्यूएंसी है विमेन कॉन्स्टिट्यूएंसी, और अभी जितनी भी फील्ड रिपोर्ट आ रही है आप देख रहे हैं बहुत सारी औरतें कह रही हैं कि हम नीतीश कुमार को वोट देंगे, क्योंकि उनकी जो योजनाएं रही हैं ना औरतों के लिए, साइकिल योजना हो या जो गांव में उन्होंने रखा हुआ है क्या उसको कहते हैं नगर जो ग्राम जो विलेज वर्कर, विलेज पंचायती राज सिस्टम बड़ा अच्छा चला रखा है। जीविका दीदी वाला सिस्टम जीविका बड़ा दीदी चला रखा है। 50% रिजर्वेशन दिया है विमेन को पंचायत में। 33% 50% है Okay, और बहुत हाँ। पहले से है। हाँ, तो उस तरह से उन्होंने जो ये एंटी अरथ है, जो एंटी लिकर लॉ बनाया हुआ है उन्होंने, शराबबंदी, इन सब की वजह से उन्होंने एक कॉन्स्टिट्यूएंसी बना ली है। और अगर आप बिहार में देखें तो पिछले 3 चुनाव में औरतों की भागीदारी ज्यादा रही है। इसी वजह माइग्रेशन भी हो सकती है। बिहार में करीब 13-12 करोड़ में करीब 3 करोड़ 2 से 3 करोड़ लोग बाहर रहते हैं, जिसमें मैं भी एक हूँ। तो ये लोग वोट नहीं देते, तो वो भी एक वजह है। तो औरतों की जो भागीदारी होती है वो बहुत ज्यादा मैटर करेगी। अगर औरतें उसी तरह से पहले की तरह पूरी संख्या में आती हैं तो नीतीश कुमार की पार्टी को फायदा हो सकता है। तो वो चीजें अभी रहेंगी, क्योंकि अभी भी ये गांव में ये खबर नहीं पहुंची है कि नीतीश कुमार अब वो नीतीश कुमार नहीं है और वो अब अंडर कंट्रोल हैं और उनको एक कबाल ने घेरा हुआ है, एक ब्यूरोक्रेसी चला रही है, रंजन झा चला रहे हैं, दूसरे लोग चला रहे हैं। तो वो चीज अभी तक नहीं पहुंची है। तो इस चुनाव में आप नीतीश कुमार को दरकिनार नहीं कर सकते, पर आगे आने वाले समय में जैसा आप सही कह रहे हैं कि नीतीश कुमार, मुझे नहीं लगता है कि वो मुख्यमंत्री उनको बीजेपी बनाएगी। ये ਸਾਰੇ ਸੰਦੇਸ਼ ਮੈਨੂੰ ਲੱਗਦਾ ਨੀਤੀਸ਼ ਕੁਮਾਰ ਨੇ ਬਹੁਤ ਡਿਸਟੈਂਸ ਟਰੈਵਲ ਕੀਤਾ। ਇੱਕ ਵਕਤ ਉਹ ਸੀ ਜਦੋਂ ਇਹ ਸੀਗਾ ਵੀ ਨਰਿੰਦਰ ਮੋਦੀ ਸ਼ਾਇਦ ਪ੍ਰਧਾਨ ਮੰਤਰੀ ਬਣ ਸਕਦੇ ਨੇ, ਤੇ ਭਾਜਪਾ ਨੇ ਆਪਣਾ ਪ੍ਰਾਈਮ ਮਿਨਿਸਟਰ ਕੈਂਡੀਡੇਟ ਬਣਾਇਆ। ਨੀਤੀਸ਼ ਕੁਮਾਰ ਨੇ ਅਸਤੀਫਾ ਦੇ ਦਿੱਤਾ। हाँ, बोझ भी वापस कर लिया। हाँ, ਇਹ ਮੋਦੀ ਪ੍ਰਾਈਮ ਮਿਨਿਸਟਰ ਮੈਂ ਕਦੀ ਸਵੀਕਾਰ ਨਹੀਂ ਕਰਾਂਗਾ। ਚੀਫ ਮਿਨਿਸਟਰੀ ਛੱਡ ਦਿੱਤੀ ਜੀ, ਅਸਤੀਫਾ ਦੇ ਛੱਡਿਆ ਚੱਲ ਕੇ। ਤੇ ਉਸ ਤੋਂ ਬਾਅਦ ਉਹ ਆਪੋਜੀਸ਼ਨ ਦੇ ਪੂਰੀ ਯੂਨਿਟੀ ਦਾ ਨਿਊਕਲੀਅਸ ਸੀ ਕੇਂਦਰ ਵਿੱਚ ਨੀਤੀਸ਼ ਕੁਮਾਰ ਸੀ, ਪੋਸੀਬਲ ਪ੍ਰਾਈਮ ਮਿਨਿਸਟਰ ਕੈਂਡੀਡੇਟ ਨੀਤੀਸ਼ ਕੁਮਾਰ, ਮਤਲਬ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਜਿੱਦੋਂ ਸਾਨੂੰ ਆਸੀ ਵੀ ਇਹ ਲੜੇਗਾ ਲੱਗ ਰਿਹਾ ਸੀ ਬਿਲਕੁਲ। ਤੇ ਉੱਥੋਂ ਲੈ ਕੇ ਜਿਹੜਾ ਇਹ ਨੀਤੀਸ਼ ਕੁਮਾਰ ਦਾ ਹੁਣ ਤੱਕ ਦਾ ਸਫ਼ਰ ਹੈ, ਸੋ ਯੂ ਥਿੰਕ ਇਹ 10 ਇਅਰਸ ਫਰਮ ਨਾਓ ਫਿਰ ਬਿਹਾਰ ਦੀ ਪੋਲਿਟਿਕਸ ਕੀ ਹੋਏਗੀ? ਕੀ ਅਸੀਂ ਦੁਬਾਰਾ, ਜੇ ਨੀਤੀਸ਼ ਕੁਮਾਰ, ਤੁਸੀਂ ਕਹਿ ਰਹੇ ਹੋ ਕਿ ਉਹ ਨੀਤੀਸ਼ ਕੁਮਾਰ ਨਹੀਂ ਰਿਹਾ, ਇਫ ਹੀ ਇਜ਼ ਔਨ ਹਿਸ ਵੇ ਆਊਟ, ਤਾਂ ਕੀ ਅਸੀਂ ਦੁਬਾਰਾ ਸੈਫਰਨ ਵਰਸਸ ਸੋਸ਼ਲਿਸਟ ਪੋਲਿਟਿਕਸ ਦੁਬਾਰਾ ਦੇਖਾਂਗੇ ਬਿਹਾਰ ਦੇ ਵਿੱਚ ਕਿ ਐਨ भगवा वर्सेस वो तो बिल्कुल मंडल डेज, मंडल ये तो है ना कि अभी तक बीजेपी ने बिहार पे शासन नहीं किया है। जब नीतीश कुमार थे और सुशील मोदी थे, वो शासन नीतीश कुमार का था। सुशील मोदी वाज द वर्स्ट थिंग दैट कुड हैव हैपेंड टू बीजेपी। ਉਹਦਾ ਜਿਹੜਾ ਲਾਸ ਹੈ
बीजेपी का, क्योंकि सुशील मोदी का कोई बदल बीजेपी को लगता हाँ, नहीं, वो अभी कोई तक मिला चेहरा नहीं नहीं है है। बीजेपी के। लेकिन सुशील मोदी को भी इन्होंने मार्जिनलाइज कर दिया था, हम्म, ये दिल्ली ले रहे थे। हम्म, सुशील मोदी की डेथ बाद में हुई, हम्म, पर उसके पहले मोदी जी उनको दिल्ली ले रहे हैं। वो इसलिए ले रहे हैं कि उनको माना जाता था कि वो नीतीश कुमार के सबॉर्डिनेशन में काम करते हैं, तो उनको चाहिए था एक नया चेहरा जो नीतीश कुमार को टक्कर दे सके, और इसीलिए ये चिराग पासवान टाइप के, सॉरी, चिराग पासवान को भी लाए और उसको भी लाए, वो जो चौधरी है, मुकेश सम्राट सम्राट चौधरी, हाँ, सम्राट डिप्टी सीएम, चौधरी, उसको लाए कि वो एक टक्कर दे सके लोअर क्लास से। मैं ब्रेक नहीं रोक रहा, मैं थोड़ी ये गल भी करना चाहना कि बहुत सारे माइक्रो प्लेयर्स ने ਜਿਹੜੇ छोटे छोटे प्लेयर ने ਇਹ ਵੀ ਪੋਸੀਬਲੀ ਮਤਲਬ ਬਹੁਤ ਸਾਰਾ ਖੇਲ ਕਰ ਸਕਦੇ ਨੇ। ਪ੍ਰਸ਼ਾਂਤ ਕਿਸ਼ੋਰ ਕੇਵਲ ਇੱਕੋ ਇੱਕ ਮਾਈਕ੍ਰੋ ਪਲੇਅਰ ਨਹੀਂ ਹੈਗਾ, ਮੁਕੇਸ਼ ਸਾਨੀ ਵੀ ਉਹ ਜਿਹੀ ਵਿਕਾਸਸ਼ੀਲ ਇਨਸਾਨ ਪਾਰਟੀ ਹੈ, ਉਹ ਵੀ ਹੈ, ਜੀਤਨ ਮਾਝੀ ਦੀ ਪਾਰਟੀ ਹੈ, ਉਹ ਵੀ ਹੈ। ਇਹ ਜਿਹੜੇ ਮਾਈਕਰੋ ਪਲੇਅਰਸ ਨੇ, ਕੀ ਇਹ ਬਿਹਾਰ ਨੂੰ ਡਿਸਾਈਡ ਕਰ ਸਕਦੇ ਨੇ? ਸੋ और जे माइक्रो प्लेयर बिहार ਨੂੰ डिसाइड करनगे तो बिहार देश ਨੂੰ नहीं, पर इन लोग को ज्यादा सीटें दी नहीं रही है ना, 6 सीटें मिली हैं मांझी को, तो 6 सीटों में अगर 6 के 6 जीत भी जाए तो क्या कर लेंगे? जे मामला महागठबंधन वर्सेस जेडीयू बीजेपी हाँ, उस खिचड़ी में ते आ जांदा है ते इना ब्रेक आ जांदा था, फिर कभी कुछ भी हो सकता है। मुकेश सहनी डिप्टी चीफ मिनिस्टरशिप ले गया, चीफ मिनिस्टरशिप ले गया, मैं बने या नहीं बने पर ले तो गया ना, ले अभी तो ले ਉਹਦੇ ਤੇ गया, ਜਾ ਕੇ ਮਸਲਾ ਖਤਮ ਹੋਇਆ ਕਿ महागठबंधन ਦੇ ਵਿੱਚ ਲੜਾਈ ਹੈ ਕਿ ਨਹੀਂ, ਇਹਦੇ ਨਾਲ ਖਤਮ ਹੋਇਆ ਕਿ ਭਾਈ ਉਹਦਾ ਨਾਮ ਅਨਾਉਂਸ ਕਰੋ। बाद में हो सकता है ना भी बनाए। ਸੋ ਅਸੀਂ ਹੋਰ ਗੱਲ ਕਰਾਂਗੇ ਕਿਉਂਕਿ ਬਿਹਾਰ ਪੰਜਾਬ ਲਈ ਬਹੁਤ ਇੰਪੋਰਟੈਂਟ ਹੈ। ਜਿੱਦਾਂ ਮੈਂ ਕਿਹਾ ਕਿ ਕਾਫੀ ਸਾਰਾ ਬਿਹਾਰ ਤਾਂ ਪੰਜਾਬ ਦੇ ਵਿੱਚ ਤਾਂ ਬਿਲਕੁਲ ਰਹਿੰਦਾ ਹੀ ਹੈ, ਪਰ ਇੱਕ ग्रीन रेवोल्यूशन के समय से, ਹਾਂ हाँ, ਗ੍ਰੀਨ ਰੈਵੋਲੂਸ਼ਨ ਦੇ ਸਮੇਂ ਤੋਂ, ਔਰ ਇੱਕ ਕਨਫਲਿਕਟ ਵੀ ਆ ਰਹੀ ਹੈ ਜਿਹਦੀ ਕੋਈ ਇਕੋ ਕੱਲ ਨੂੰ ਬਿਹਾਰ ਦੇ ਵਿੱਚ ਵੀ ਹੋ ਸਕਦੀ ਹੈ। ਵਿਲ ਟਾਕ ਮੋਰ ਅਬਾਊਟ ਦਿਸ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਬਿਹਾਰ ਦੇ ਵਿੱਚ ਜਿਹੜੀਆਂ ਵੋਟਾਂ ਪੈਣ ਜਾ ਰਹੀਆਂ ਨੇ ਇਸੇ ਹਫਤੇ। ਸਾਡੇ ਨਾਲ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਜੀ ਹਨ ਅਤੇ ਸੀਨੀਅਰ ਪੱਤਰਕਾਰ ਬਲਵੰਤ ਤਕਸ਼ਕ ਜੀ ਹਨ। ਤਕਸ਼ਕ ਜੀ, ਮੈਂ ਪੁੱਛ ਰਿਹਾ ਸੀ ਕਿ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਬਿਹਾਰ ਦੇ ਵਿੱਚ, ਹੈ ਨਾ, ਕਿਸੇ ਨੂੰ 4 ਸੀਟਾਂ ਆ ਜਾਣਗੀਆਂ, ਕਿਸੇ ਨੂੰ 6 ਸੀਟਾਂ ਆ ਜਾਣਗੀਆਂ। ਆਲ ਸੈਡ ਐਂਡ ਡਨ, ਰਾਮ ਵਿਲਾਸ ਪਾਸਵਾਨ ਵੀ ਹਲੇ ਛੋਟੀਆਂ ਪਾਰਟੀਆਂ ਦੇ ਵਿੱਚ ਹੀ ਗਿਣਿਆ ਜਾਏਗਾ, ਪਰ ਇਹ ਮਿਲਾ ਕੇ ਇੰਨਾ ਕੁ ਹੋ ਜਾਂਦੇ ਨੇ ਕਿ ਬਿਹਾਰ ਦੇ ਵਿੱਚ ਕੌਣ ਸੀਐਮ ਹੋਏਗਾ। ਜੇ ਇਹ ਖੇਲ ਹੋ ਗਿਆ ਮਾਰਜਨ ਵਾਲਾ ਤਾਂ ਫਿਰ ਕਿਸੇ ਵੀ ਪਾਸੇ ਖੇਡ ਸਕਦੇ ਨੇ। ਸੋ ਮਾਈ ਕੁਐਸਚਨ ਇਜ਼ ਦਿਸ ਕਿ ਇਹ ਮਾਈਕਰੋ ਪਲੇਅਰ ਜਿਨ੍ਹਾਂ ਦਾ ਪੰਜਾਬ ਵਿੱਚ ਕੋਈ ਨਾਮ ਨਹੀਂ ਜਾਣਦਾ, ਕੌਣ ਜਾਣਦਾ ਪੰਜਾਬ ਦੇ ਵਿੱਚ ਮੁਕੇਸ਼ ਸਾਹਨੀ ਨੂੰ, ਕੌਣ ਜਾਣਦਾ ਜੀਤਨ ਮਾਝੀ ਨੂੰ, ਇਹ ਜੇ ਬਿਹਾਰ ਦੀ ਪੋਲਿਟਿਕਸ ਡਿਸਾਈਡ ਕਰ ਦੇਣਗੇ, ਬਿਹਾਰ ਦੀ ਪੋਲਿਟਿਕਸ ਦੇਸ਼ ਦੀ ਪੋਲਿਟਿਕਸ ਨੂੰ ਡਿਸਾਈਡ ਕਰਦੀ ਹੈ, ਤਾਂ ਕੀ ਮੇਰਾ ਭਵਿੱਖ ਇਹਦੇ ਤੇ ਡਿਪੈਂਡ ਕਰਦਾ ਕਿ ਜੀਤਨ ਮਾਝੀ ਕਿੱਧਰ ਨੂੰ ਚਲਾ ਜਾਏਗਾ ਤੇ ਰਾਮ ਵਿਲਾਸ ਪਾਸਵਾਨ ਕੀ ਗੇਮ ਖੇਡ ਦੇਗਾ ਜਾਂ ਮੁਕੇਸ਼ ਸਾਹਨੀ ਕੀ ਕਰ ਦੇਗਾ? ਤੇ ਕੀ ਅਸੀਂ ਇੰਨਾ ਧਿਆਨ ਦਿੰਦੇ ਵੀ ਹਾਂ ਬਿਹਾਰ ਦੇ ਵੱਲ ਜਾਂ ਯੂਪੀ ਦੇ ਵੱਲ, ਜਿੱਥੋਂ ਦੀ ਪੋਲਿਟਿਕਸ ਦੇਸ਼ ਦੇ ਵਿੱਚ ਰੀਅਲੀ ਇੰਪੈਕਟ ਕਰਦੀ ਹੈ? ਕਿਉਂਕਿ ਬਿਹਾਰ ਦਾ ਭਾਈ ਵੇਟ ਬਹੁਤ ਹੈ in number of seats in parliament, 40 ਸੀਟਾਂ ਨੇ, तो virtually ਉਹ ਡਿਸਾਈਡ ਕਰ ਦਿੰਦੇ ਨੇ ਪ੍ਰਾਈਮ ਮਿਨਿਸਟਰ ਕੈਂਡੀਡੇਟ। ਸੋ ਤੁਹਾਨੂੰ ਲੱਗਦਾ ਵੀ ਆਰ ਐਕਚੁਅਲੀ ਡਿਪੈਂਡੈਂਟ ਔਨ ਪਲੇਅਰਸ, ਅਸੀਂ ਉਹਨਾਂ ਦੇ ਉੱਤੇ ਨਿਰਭਰ ਹਾਂ ਜਿਨ੍ਹਾਂ ਦੇ ਅਸੀਂ ਨਾਮ ਵੀ ਨਹੀਂ ਜਾਣਦੇ। मैं एसपी सिंह जी ये कह रहा हूँ कि जीतन राम मांझी या चिराग पासवान वो तो बीजेपी के साथ सारे है, निषाद ने कोई भी बीजेपी के साथ है, लेकिन भारतीय जनता पार्टी जब चुनाव लड़ती है तो जीतने के लिए कोई भी उनको रणनीति अपनानी पड़े। आप देखिए प्रशांत किशोर किसके वोट काटेगा? लालू प्रसाद यादव की पार्टी की। तेजस्वी को खड़ा कर दिया है लालू से बाहर करके, उसको भी जो कुछ वोट मिलेंगे किसके खाते से जाएंगे? वो लालू प्रसाद की पार्टी से। आशुतोष जी कह रहे थे कि ये लोग ये कह रहे हैं कि प्रशांत किशोर शायद 2/3 वोट एनडीए दे भी कर सकता, इज टारगेटिंग, इज अ लूज कैनन, किसी भी पासे प्ले कर सकता। मैं ये मानता हूँ कि देखिए जो एनडीए के जो घटक दल हैं वो एनडीए के साथ, और लालू के साथ कांग्रेस पार्टी है, कम्युनिस्ट पार्टी है, बाकी जो इंडिपेंडेंट जो पार्टियां चुनाव लड़ रही हैं, मुझे लगता है कि भारतीय जनता पार्टी की कोशिश ये रहेगी किसी भी तरीके से लालू प्रसाद यादव की पार्टी के वोट बढ़ जाए। और जो आशुतोष जी ने कहा कि नीतीश जी की स्थिति पहले जैसी नहीं है, हो सकता है पहले जैसी ना हो, लेकिन नीतीश दोनों ही पार्टियों के लिए, एनडीए के लिए भी और महागठबंधन के लिए भी नीतीश कुमार मजबूरी है। वो उन दोनों पार्टियों की मजबूरी है। नीतीश जो फैसला लेगा, मुझे लगता है कि चुनाव के बाद नीतीश की जरूरत लालू प्रसाद को भी रहेगी, नीतीश की जरूरत बीजेपी को भी रहेगी। आपने बताया कि ईडी ये वो पार्टियां जो भी एक तरह से रोल अदा करेंगी, मैं डर के क्या, मैं तक ज्ञानेश कुमार पार्टी भी वो उसको मैनेज करने की कोशिश हो सकती है। लेकिन नीतीश कुमार 20 साल से मुख्यमंत्री है। बिहार की एक लाइन की बात मैं कह रहा हूँ, बिहार में किसी भी मुख्यमंत्री ने आज तक 5 साल का कार्यकाल पूरा नहीं किया होगा।
नीतीश ने श्री 20 बाबू साल ने किया, श्री बाबू ने किया, श्री बाबू ने किया, श्री बाबू ਦੀ ਡੈਥ ਤੋਂ ਬਾਅਦ ਸਾਰੇ ਕਾਂਗਰਸ ਦਾ ਕੰਮ बाकी ਹੀ ਚਲਾ किसी ਗਿਆ। ने 5 साल नहीं किया। सही कह रहे हैं। ਮੈਨੂੰ ਇਹ ਦੱਸੋ ਅਸ਼ਤੋਸ਼ ਜੀ, ਜਿਹੜੀ ਨਿਤੀਸ਼ ਕੁਮਾਰ ਦਾ ਇੰਨਾ ਲੰਬਾ ਟੈਨਿਓਰ ਰਿਹਾ 20 ਇਅਰਸ, ਇਹਨੇ ਬਿਹਾਰ ਦੀ ਨੂੰ ਉਹਦੇ ਇੰਸਟੀਟਿਊਸ਼ਨਸ ਨੂੰ ਕਿਧਰੇ ਕੋਈ ਸਟਰੋਂਗ ਕੀਤਾ ਹੋਵੇ, ਇਹ ਮੈਨੂੰ ਨਹੀਂ ਦਿਖਾਈ ਦਿੰਦਾ। ਉਹ ਕੋਈ ਬੜਾ ਕੋਈ ਰੈਡੀਕਲ ਵਿਜ਼ਨਰੀ ਹੈ, ਇਹ ਕਿਧਰੇ ਨਹੀਂ ਦਿਖਾਈ ਦਿੰਦਾ। ਨਿਤੀਸ਼ ਕੁਮਾਰ ਬੜਾ ਹੀ, ਆਪਾਂ ਜਿਹਨੂੰ ਕਹਿੰਦੇ ਨਾ ਪੋਲੀਟੀਕਲ ਸਾਇੰਸ ਵਾਲੇ ਤੁਸੀਂ ਸਾਨੂੰ ਪੜ੍ਹਾਉਂਦੇ ਹੋ ਕਿ ਭਾਈ ਇਹ ਇੰਕਰੀਮੈਂਟਲ ਇੰਪਰੂਵਮੈਂਟਸ ਕਰਦਾ ਬੈਠ ਕੇ। ਨਿਤੀਸ਼ ਕੁਮਾਰ ਸਪਰੈਡਸ਼ੀਟ ਲੈ ਕੇ, ਗੂਗਲ ਐਕਸਲ ਦੀ ਸ਼ੀਟ ਕੱਢ ਕੇ ਵੀ ਇੱਥੇ ਸਕੂਲ ਕਿੰਨੇ, ਇੱਥੇ ਟੀਚਰ ਵਧਾ ਦਿਓ, ਇੱਥੇ ਇਹ ਕਰ ਦਿਓ, ਇੱਥੇ ਇੱਦਾਂ ਕਰ ਦਿਓ, ਇੱਥੇ ਗਵਰਨੈਂਸ ਨੂੰ ਅਸੀਂ ਇੰਪਰੂਵ ਕਰਦੇ ਜਾਂਦੇ ਹਾਂ। ਯੂ ਥਿੰਕ ਕਿ ਬਿਹਾਰ ਨੂੰ ਇਸ ਵੇਲੇ ਇਹੋ ਜਿਹਾ ਲੀਡਰ ਚਾਹੀਦਾ ਹੈ ਕਿ ਬਿਹਾਰ ਨੂੰ ਇੱਕ ਰੈਡੀਕਲ ਵਿਜ਼ਨਰੀ ਚਾਹੀਦਾ ਹੈ, ਜਿਹਦੇ ਬਿਹਾਰ ਜਿਸ ਗੁਰਬਤ ਦੇ ਵਿੱਚ, ਜਿਸ ਕਾਸਟ ਦੇ ਡਿਬੇਟ ਦੇ ਵਿੱਚ ਬਿਹਾਰ ਬੁਰੀ ਤਰ੍ਹਾਂ ਨਾਲ ਫਸਿਆ ਹੋਇਆ, ਕੋਈ ਰਸਤਾ ਉੱਥੋਂ ਬਾਹਰ ਨਹੀਂ ਨਿਕਲ ਰਿਹਾ, ਕੋਈ ਆਦਮੀ ਉੱਥੇ ਜਾ ਕੇ ਕੋਈ ਨਵੀਂ ਗੱਲ ਨਹੀਂ ਕਰ ਰਿਹਾ। ਸੋ ਪ੍ਰਸ਼ਾਂਤ ਕਿਸ਼ੋਰ ਇੱਕ ਇਹੋ ਜਿਹਾ ਨੈਰੇਟਿਵ ਦੇ ਰਿਹਾ ਵਿਚ ਇਜ਼ ਫਰੈਸ਼। ਸੋ ਜੇ ਇਸ ਵਾਰੀ ਨਹੀਂ, ਜੇ ਇਸ ਵਾਰੀ 6% to 10% ਹੀ ਹੈ, ਜੇ 6-7 ਸੀਟਾਂ ਜਾਂ 12 ਸੀਟਾਂ ਹੈ, ਉਹਦੀ ਬੈਸਟ ਹੈ। ਪ੍ਰਸ਼ਾਂਤ ਕਿਸ਼ੋਰ ਇਹ ਗੱਲ ਕਹਿੰਦਾ ਕਿ ਮੈਨੂੰ ਜਾਂ ਤੇ 150 ਤੋਂ ਜ਼ਿਆਦਾ ਸੀਟਾਂ ਆਣਗੀਆਂ, ਹੈ ਨਾ, ਸਪਨਾ ਤਾਂ ਨਹੀਂ ਸਕਦਾ ਕੋਈ, ਹਰਸ਼ ਪੇ ਜਾਂ ਫਰਸ਼ ਪੇ। ਹਾਂ, ਸੋ ਤੁਹਾਨੂੰ ਲੱਗਦਾ ਹੈ ਬਿਹਾਰ ਨੀਡਸ ਅ ਨਿਊ ਲੈਂਗੁਏਜ ਆਫ ਪੋਲਿਟਿਕਸ, ਜਿਹੜੀ ਘੱਟ ਤੋਂ ਘੱਟ ਇਹ ਜਿਹੜਾ ਮੁਕਾਮ ਹੈ, ਇਹ ਜਿਹੜੀਆਂ ਅਸੈਂਬਲੀ ਇਲੈਕਸ਼ਨਾਂ ਨੇ, ਬਿਹਾਰ ਹੈਜ਼ ਮਿਸਡ ਦਾ ਬਸ, ਕੋਈ ਨਵਾਂ ਨੈਰੇਟਿਵ ਬਿਹਾਰ ਨਹੀਂ ਪਿਕਅਪ ਕਰ ਸਕਿਆ। बड़ी मैंने तो फैटीग दी इलेक्शन लगती है। मिसिंग द बस आप अभी नहीं कह सकते, भी तो चुनाव होना, जैसे आपने कहा 6 तारीख को, फिर 12 को चुनाव तो हो ही जाएगा। माड़ी खबर यही है भी कोई ना कोई जीत जाएगा तो कोई ना कोई मुख्यमंत्री बन जाएगा। वी कैन नॉट रूल आउट प्रशांत किशोर, अभी चुनाव होना है, वो प्रशांत किशोर के लिए भी हम लोग फेयर नहीं हो रहे हैं। अभी तो चुनाव हो रहा है, 3 साल से वो घूम रहे हैं। 2015 को आप याद कीजिए, दिल्ली में, हालांकि आप कह सकते हैं दिल्ली और बिहार एक नहीं है, दिल्ली में 2015 में इवन योगेंद्र यादव आम आदमी पार्टी को 15-20 सीट से ज्यादा नहीं दे रहे थे, और कितनी सीटें आई। तो आप कभी कह नहीं सकते कि बिहार में लोगों के मन में क्या है। ये जो पत्रकार जाते हैं, एक समय में प्रशांत किशोर को बिल्कुल नीचे कर दिया था, फिर ऊपर उठा दिया, अब ये कह रहे हैं कि नहीं, प्रशांत किशोर को तो बस नाम हो गया। ਸਾਡਾ ਸੀਐਮ ਬੜਾ ਡੱਡਾ ਭਗਵੰਤ ਮਾਨ, ਸੋ ਮੈਂ ਇਸ ਕਰਕੇ ਆਪਣਾ ਬਚਾਅ ਕਰਨ ਲਈ ਕਹਿ ਰਿਹਾ, 243 ਸੀਟਾਂ ਦੇ ਆਮ ਆਦਮੀ ਪਾਰਟੀ ਲੜ ਰਹੀ ਹੈ, ਤਾਂ ਆਮ ਆਦਮੀ ਪਾਰਟੀ ਦਾ ਵੀ ਉੱਥੇ ਰਾਜ ਆ ਸਕਦਾ ਭਾਈ ਬਿਹਾਰ ਦੇ ਵਿੱਚ ਥਿਓਰੈਟਿਕਲੀ। ਦੇਖੋ ਕੱਲ ਨੂੰ ਮੈਨੂੰ ਕਹਿੰਦੇ ਤੁਸੀਂ ਸਾਡਾ ਨਾਮ ਨਹੀਂ ਲਿਆ, किसने सोचा था कि आम आदमी पार्टी को इतनी सीटें आएंगी? आजकल पत्रकार पढ़ने से आने थे 2022 में किसने सोचा था कि नहीं सपना लॉन्च किया। तो कभी कभी चमत्कार भी हो जाता है। एक आदमी बिहार गया था, अब ये देखिए कि अब बिहार में क्या है कि 3 साल से पार्टी बनी है, 3 साल में जाहिर है कि पार्टी बहुत अच्छा नहीं कर सकती। नीतीश कुमार के बारे में 2-3 चीजें कहना चाहूंगा। एक तो कि लालू यादव ने इतनी स्थिति खराब कर दी थी। मैं पटना से आता हूँ, पटना में ये सच्चाई है, मैं टीवी पे बोल रहा हूँ, ये सच्चाई है कि दिन में भी लोगों के गहने छीने जाते थे, कोई सिक्योर नहीं था। मेरी बहन अपने बेटे को छोड़ने जाती थी, लाने जाती थी, जब किडनैपिंग सब कुछ हो रहा था, मैरिजेस, दिस दैट, बहुत कुछ एक्चुअली वेरी बैड। और जब पटना में ये सब हो रहा था, तो पटना से बाहर आप सोच सकते हैं। तो वहां पे नीतीश कुमार ने एक लॉ एंड ऑर्डर लाया, नंबर 1। नीतीश कुमार ने सड़कें बनाई, नीतीश कुमार ने बिजली पानी इसकी व्यवस्था की। तो बिहार में जब कुछ भी नहीं हो रहा था, 1990 में अगर आप पढ़ें, उस दशक में जब तमिलनाडु, कर्नाटक, गुजरात, ये सब दे वेंट फ्रॉम स्ट्रेंथ टू स्ट्रेंथ। बिहार का 0% ग्रोथ रेट हुआ 10 साल में, किसी स्टेट में 0% ग्रोथ रेट। आप समझ रहे हैं, अंग्रेजों के समय में ऐसा होता था, तो लालू राज में 0% ग्रोथ रेट हुआ। let me take you upon that। ਇੱਕ ਤਾਂ ਜਿਹੜੀ ਨਿਤੀਸ਼ ਕੁਮਾਰ ਨੂੰ ਤੁਸੀਂ ਕ੍ਰੈਡਿਟ ਦੇ ਰਹੇ ਹੋ, ਉਹ ਭਾਈ ਉਹਦਾ ਸਟਾਰਟ ਹੀ ਇੰਨੀ ਜ਼ੀਰੋ ਤੋਂ ਸੀਗਾ ਕਿ ਐਨੀਥਿੰਗ ਵੁੱਡ ਲੁੱਕ ਗੁੱਡ, ਹੈ ਨਾ। ਤੇ ਨਿਤੀਸ਼ ਕੁਮਾਰ ਤੁਹਾਨੂੰ ਸੁਸ਼ਾਸਨ ਦਾ ਲੱਗਣ ਲੱਗ ਜਾਏਗਾ। ਪਰ ਜਿਹਨੂੰ ਤੁਸੀਂ ਜੰਗਲ ਰਾਜ ਕਹਿੰਦੇ ਹੋ, ਇਹ ਵੀ ਬੜੀ ਪ੍ਰੋਬਲਮੈਟਿਕ ਚੀਜ਼ ਹੈ ਭਾਈ। ਉਸ ਤੋਂ ਪਹਿਲਾਂ ਲਾਲੂ ਤੋਂ ਪਹਿਲਾਂ ਤਾਂ ਜੰਗਲ ਰਾਜ ਹੈ ਹੀ ਨਹੀਂ ਸੀ, ਕਿਉਂਕਿ ਰਾਜ ਭੂਮੀਹਾਰ ਦਾ, ਰਾਜ ਠਾਕੁਰ ਦਾ, ਜਿਨ੍ਹਾਂ ਕੋਲ ਰਾਜ ਹੈ ਉਹਨਾਂ ਕੋਲ ਡਾਂਗ ਹੈ, ਕੁੱਟ ਮਾਰ ਰਹੇ ਸੀਗੇ, ਸ਼ਾਂਤੀ ਸੀ ਬਿਲਕੁਲ। ਬਹੁਤ ਸ਼ਾਂਤੀ ਸੀ ਨਾ। ਸਾਇਲੈਂਸ ਆਫ ਗ੍ਰੇਵਯਾਰਡ, ਸਾਇਲੈਂਸ ਆਫ ਦਾ ਗ੍ਰੇਵਯਾਰਡ ਆ ਨਾ, ਸ਼ਮਸ਼ਾਨ ਘਾਟ ਦੇ ਵਿੱਚ ਤੁਸੀਂ ਸਾਨੂੰ ਕੁੱਟ ਰਹੇ ਸੀ। ਜਿਸ ਵੇਲੇ यादव उभर के बाहर आंदा, कुरमी बाहर आंदा, क्योरी बाहर आंदा है, कोई माझी बाहर आंदा, कोई निषाद बाहर आंदा, हत्थ विच ओहदे डांग हुंदी है, एक सोशल जस्टिस दी मूवमेंट चलदी है, एक मंडल दी मूवमेंट चलदी है, एक अवेयरनेस आंदी है, ते भाई जिन्हां दा राज उन्हां दे घर जंगल राज आ जांदा है। वो कहते हैं ना कि प्रोसीड्यूरल डेमोक्रेसी पहले आई। हां, तो मैं सिर्फ ना आई एम जस्ट रिमाइंडिंग यू, सब्सटेंटिव डेमोक्रेसी पहले आई, प्रोसीड्यूरल बाद में आ रही है। देखो तुसी हैगे हो स्कॉलर अरविंद दैन दास वर्गे स्कॉलर्स दे, ठीक है। रिपब्लिक ऑफ बिहार, द रिपब्लिक ऑफ बिहार, अरविंद दैन दास
ਤੋਂ ਬਿਹਤਰ ਕੋਈ ਸਕਾਲਰ ਜਿਸਨੇ ਬਿਹਾਰ ਨੂੰ ਉਸ ਤਰੀਕੇ ਨਾਲ ਸਟੱਡੀ ਕੀਤਾ ਹੋਵੇ, ਮਤਲਬ ਮੈਂ ਇਨਕਲੂਡਿੰਗ ਜੈਫਰੇ ਵਿਟਸੋ ਵਗੈਰਾ, ਕੋਈ ਵੀ ਨਾ, ਤੁਸੀਂ ਆਪਣੇ ਕੋਲ ਕਿਤਾਬ ਲਈ ਬੈਠੇ ਹੋ ਦੇ ਮਨੀਸ਼ਰਾਂ ਦੀ। ਸੋ ਔਰ ਬਹੁਤ ਸਾਰੇ ਬਿਹਾਰ ਦੇ ਕਿੰਨੇ ਪੱਤਰਕਾਰਾਂ ਨੇ ਕਿਤਾਬਾਂ ਲਿਖੀਆਂ ਨੇ, ਸੰਕਰਸ਼ਨ ਠਾਕੁਰ ਹੋਵੇ, ਸੰਤੋਸ਼ ਸਿੰਘ ਹੋਣ, ਮ੍ਰਿਤੁੰਜੇ ਨੇ, ਸ਼੍ਰੀਕਾਂਤ ਨੇ, ਐਂਡਲੈਸ ਨੰਬਰ ਆਫ ਬਿਹਾਰ ਦੇ ਪੱਤਰਕਾਰ, ਮਤਲਬ ਦੇ ਆਰ ਵੈਰੀ ਪ੍ਰੋਲੀਫਿਕ ਰਾਈਟਰਸ। ਪਰ ਉਹ ਸਾਰੇ ਇਸ ਗੱਲ ਨੂੰ ਮੰਨਦੇ ਨੇ, ਔਰ ਜੈਫਰੇ ਵਿਟਸੋ ਨੇ ਇਹਦਾ ਬੜਾ ਆਰਗੂਮੈਂਟ ਬਣਾਇਆ ਹੈ ਕਿ ਭਾਈ ਜਿਸ ਵੇਲੇ ਡੈਮੋਕ੍ਰੇਸੀ ਡੀਪਨ ਹੋਏਗੀ ਡਾਡਿਆਂ ਦੇ ਰਾਜ ਦੇ ਵਿੱਚ, ਤਾਂ ਫਿਰ ਉਹਨਾਂ ਨੂੰ ਜੰਗਲ ਰਾਜ ਹੀ ਲੱਗੇਗਾ, ਟਰਮੋਇਲ ਹੋਗਾ। ਉਹਦੇ ਥੋੜੀ ਲਾਲੈਸਨੈਸ ਆਈ, ਉਹ ਲਾਲੂ ਵਗੈਰਾ ਦੇ ਬਿਲਕੁਲ ਆਈ ਟਰੂ ਦੈਟ ਕਿ ਉਹ ਸਭ ਹਾਲਾਤ ਸੀਗੇ। ਬਟ ਵਾਈ ਆਰ ਯੂ ਜੁਆਇਨਿੰਗ ਦਿਸ ਨੈਰੇਟਿਵ ਕਿ हाँ जंगल राज है, सो ਤੁਹਾਡੀ नीतीश कुमार दी प्रधानमंत्री दी आवाज इन्हीं क्यों मिल रही है? देखिए वो क्या होता है ना, तमिलनाडु में भी टर्मोइल हुआ, लोअर क्लास जो सेल्फ रिस्पेक्ट मूवमेंट, जस्टिस, सोशल जस्टिस, तमिलनाडु ਦੇ ਵਿੱਚ सोशल मूवमेंट बहुत ਅੱਗੇ ਜਾ ਚੁੱਕੀ ਸੀ ਨਾ, वही मैं वो सेल्फ रिस्पेक्ट मूवमेंट पेरियार ਉੱਥੇ ਸੀਗੇ। बिहार में मूवमेंट पॉलिटिक्स नहीं हुई ना, हाँ, बिहार में कोई ऐसी मूवमेंट पॉलिटिक्स नहीं हुई। बिल्कुल संपूर्ण क्रांति मूवमेंट वो सोशल मूवमेंट नहीं थी, वो एक पॉलिटिकल मूवमेंट थी जिसमें इंदिरा गांधी को हटाना था। वो संपूर्ण और उस तो बाद ਜਿਹੜੀ मूवमेंट है फिर रणवीर सेना ਦੇ अगेंस्ट एक सेना खड़ी करनी थी, बिल्कुल सारी हुई। नक्सल मूवमेंट वहां रही है, पर वो बहुत ही स्मॉल एरिया में रही है। सो लेट मी फ्रेम द क्वेश्चन दिस वे बुलंद जी, कि ਜਿਹੜੀ ਮੰਡਲ ਦੀ ਸਾਰੀ ਮੂਵਮੈਂਟ ਸੀ, ਔਰ ਮੈਂ ਤਾਂ 70s ਤੋਂ, ਬਲਕਿ ਤੁਸੀਂ ਟੋਟਲ ਰੈਵੋਲੂਸ਼ਨ ਵਾਲੀ ਮੂਵਮੈਂਟ ਤੋਂ, ਜੇਪੀ ਦੀ ਮੂਵਮੈਂਟ ਤੋਂ ਲੈ ਕੇ ਕਰਪੂਰੀ ਠਾਕੁਰ 1978, ਕਰਪੂਰੀ ਠਾਕੁਰ ਤਾਂ ਥੋੜਾ ਜਿਹਾ ਮੰਡਲ ਕਮਿਸ਼ਨ ਵਰਗੀ ਇੱਕ ਚੀਜ਼ ਲੈ ਹੀ ਆਏ ਸੀ, ਇੱਕ ਰਿਜ਼ਰਵੇਸ਼ਨ ਆਲਮੋਸਟ ਮੰਡਲ ਦੀ ਲੈ ਹੀ ਆਏ ਸੀ, ਬਿਫੋਰ ਲੰਡਨ ਮੰਡਲ ਹੀ ਲੈ 78 में 78 ਜਨਤਾ ਪਾਰਟੀ ਦੇ ਜਦੋਂ ਸੀਐਮ ਬਣੇ ਪਹਿਲੀ ਵਾਰੀ। ਸੋ ਤੁਹਾਨੂੰ ਲੱਗਦਾ ਮੰਡਲ ਰਿਜ਼ਲਟਡ ਇਨ ਰੀਅਲ ਐਮਪਾਵਰਮੈਂਟ, ਵਾਕਈ ਹੋਈ ਕਿ ਐਕਚੁਅਲੀ ਮੰਡਲ ਦਾ ਨਤੀਜਾ ਇਹ ਹੋਇਆ ਕਿ ਬਿਹਾਰ ਦੇ ਵਿੱਚ ਸਟੈਗਨੇਸ਼ਨ ਹੋ ਗਈ, ਤੇ ਜਿਹੜੀ ਕਾਸਟ ਹੈ ਜਾਂ ਜਿਹੜਾ ਕੋਟਾ ਸਿਸਟਮ ਹੈ, ਰਿਜ਼ਰਵੇਸ਼ਨ ਹੈ, ਇਸ ਔਰ ਨੌਕਰੀਆਂ ਦੀ ਗੱਲਬਾਤ ਹੈ, ये सारी पॉलिटिकल इंस्ट्रूमेंटल टूल्स बन गए। लालू जी 1 मिनट मैं कहना चाहूंगा, लालू जी बस 1 मिनट, लालू जी कहते थे कि मैंने आपको स्वर दिया है, विकास नहीं स्वर दिया है, तो स्वर तो दिया, तो झूठ नहीं पर है, हाँ इसमें तो पॉलिटिक्स ऑफ प्रेजेंस, आवाज तो देती, पॉलिटिक्स ऑफ प्रेजेंस, पर प्रेजेंस के बाद आपको डेवलपमेंट भी तो चाहिए, एम्पावरमेंट चाहिए, वो तो नहीं हुई। मैं आपसे कह रहा हूँ कि जब सेंटर में वीपी सिंह की सरकार थी और देवीलाल जी उप प्रधानमंत्री थे जी, रात को 12 बजे जो देवीलाल को वीपी सिंह जी ने चेक कर दिया, उन्होंने एक दिल्ली में बड़ी रैली की थी, महम के समय, महम नहीं, वो सांसद बन गए थे वहां से और डिप्टी चीफ प्राइम मिनिस्टर थे, वोट क्लब पर जो रैली की थी, उस रैली का मकसद ये था कि मंडल कमीशन की रिपोर्ट लागू की जाए, बैकवर्ड क्लासेस को 27% आरक्षण की जो प्रावधान है वो दिया जाए, और वीपी सिंह ने उस रैली से घबरा के और मंडल कमीशन की रिपोर्ट लागू कर दी थी। तो आपको ये भी ध्यान हो कि मंडल कमीशन को लेके जितने आंदोलन हुए उसमें 2 आदमी अगवा थे, एक रामविलास पासवान, एक शरद यादव। बिल्कुल, मतलब वीपी सिंह इतना नहीं बोलते थे जितना सेंट्रल गवर्नमेंट के पक्ष में ये बोलते थे। तो ये देवीलाल जी की रैली से घबरा के वीपी सिंह जी ने ये लागू की थी, और बैकवर्ड का जितना उभार उसके बाद हुआ पूरे देश में, और ये जातीय जनगणना नीतीश जी भी उसी से है, लालू प्रसाद जी भी उसी से हैं, जेपी मूवमेंट के ही तो नेता हैं ये, भी उसी से आए। और मैं एक आपको और बात कहूं कि मंडल कमीशन की रिपोर्ट के बाद न केवल बिहार बल्कि पूरे देश की एक राजनीति बदल गई। अच्छा, मतलब कांग्रेस लगभग हाशिए पर चली गई। टॉकिंग मंडल एंड आशुतोष, यू आर एन एक्सपर्ट ऑन दिस, ਮੈਨੂੰ ਇਹ ਦੱਸੋ ਕਾਂਗਰਸ ਨੇ ਉਸ ਵੇਲੇ ਇਹ ਸੋਸ਼ਲ ਇੰਜੀਨੀਅਰਿੰਗ ਦੀ ਮੂਵਮੈਂਟ ਨੂੰ ਨਹੀਂ ਸਮਝਿਆ, ਇਹਨਾਂ ਤੋਂ ਸੰਭਾਲੀ ਨਹੀਂ ਗਈ, ਮੰਡਲ ਦੇ ਅਗੇਂਸਟ ਕਾਂਗਰਸ ਉਸ ਵੇਲੇ ਦਿਖਾਈ ਦਿੱਤੀ, ਇਹ ਅਪਰ ਕਾਸਟ ਨਾਲ ਪਤਾ ਨਹੀਂ ਕਿਸ ਤਰੀਕੇ ਨਾਲ ਆਪਣੀ ਪੋਲਿਟਿਕਸ ਇਹ ਬਣਾ ਰਹੇ ਸੀ। ਅੱਜ ਕਾਂਗਰਸ ਜਿਸ ਮੂਵਮੈਂਟ ਨੂੰ ਉਸ ਵੇਲੇ ਨਿਗੇਟ ਕਰ ਰਹੀ ਸੀ, ਜਿਸ ਦੇ ਅਗੇਂਸਟ ਲੜ ਰਹੀ ਸੀ, ਅੱਜ ਕਾਂਗਰਸ ਉਸ ਮੂਵਮੈਂਟ ਦੀ ਓਨਰਸ਼ਿਪ ਲੈ ਰਹੀ ਹੈ। ਅੱਜ ਕਾਂਗਰਸ ਕਹਿ ਰਹੀ ਹੈ ਇਹ ਭਾਈ ਇਹ ਤਾਂ ਇਹਦੇ ਮਾਲਕ ਅਸੀਂ ਹਾਂ, हम लेके आएंगे, ਅਸੀਂ ਲੈ ਕੇ ਆਏ। मतलब ਤੁਸੀਂ ਇਹ ਦਿਸ ਇਜ਼ ਅ 180 ਡਿਗਰੀ ਟਰਨ, ਕਾਂਗਰਸ ਕਿੱਥੋਂ ਕਿੱਥੇ ਆਈ ਹੈ। ਕੀ ਤੁਸੀਂ ਕਾਂਗਰਸ ਦਾ ਕੋਈ ਰਿਵਾਈਵਲ ਦੇਖਦੇ ਹੋ? ਕਿਉਂਕਿ ਹਾਲੇ ਤਾਂ ਕਾਂਗਰਸ ਬੜਾ ਕਲੀਅਰ ਹੈ ਕਿ ਭਾਈ we will play second fiddle, ਅਸੀਂ ਦੂਜੇ ਨੰਬਰ ਦੇ ਖਿਡਾਰੀ ਹਾਂ, ਦੂਜੇ ਦੇ ਹੀ रहांगे। मुझे ऐसा लगता है, हालांकि मैं तो नॉन रेजिडेंट बिहारी हूँ, पर मुझे लगता है कि अगर कांग्रेस अपने बल पे खड़ी होती ना तो लॉन्ग टर्म में शायद कांग्रेस को फायदा होता। ये कांग्रेस जो सेकंड फिडल कर रही है, मतलब उसके पिछलग्गू बनी हुई है यूपी में, बिहार में। बिहार में कम से कम कांग्रेस की स्थिति अच्छी थी,
वो कांग्रेस फायदा उठा सकती थी। आज अब उन्होंने जब गठबंधन कर लिया, उनको 54 सीट्स मिली हैं, पता नहीं उसमें कितनी सीटें जो हैं विनेबल हैं, क्योंकि और आरजेडी ने उनको मतलब उस तरह से रखा हुआ है, कहीं कहीं आरजेडी कैंडिडेट भी उनके खिलाफ खड़े हैं, तो इस तरह से कांग्रेस को कोई खास फायदा नहीं है। ਜੇ ਹੁਣ ਮਿਸ ਕਰ ਜਾਏਗੀ ਤਾਂ ਫਿਰ ਤਾਂ ਇਹ ਤਾਂ ਜਨਰੇਸ਼ਨਲ ਚੇਂਜ ਹੋ ਰਹੀ ਹੈ, ਨਵੀਂ ਜਨਰੇਸ਼ਨ ਆ ਰਹੀ ਹੈ, चिराग पासवान उधरों आ रहे ने, कन्हैया है, तेजस्वी है, कन्हैया को चुनाव नहीं लड़ने दे रहे, सम्राट चौधरी है, चलो एक नवी जनरेशन आ रही है, जो जे जनरेशनल शिफ्ट ਦੇ ਵੇਲੇ ਵੀ ਕਾਂਗਰਸ ਮੁਤਹਰਿਕ ਹੋ ਕੇ ਬਹੁਤ प्रोएक्टिव हो के नहीं आती। मैं आपको बता रहा हूँ ना एसपी जी, 65% लोग बिहार में 30 साल से कम के हैं, तो बिहार में एक बहुत बड़ा तबका जो है, इसलिए प्रशांत किशोर की बात होती है, युवा वर्ग है जो बिल्कुल ही यंग है और उसको रोजगार चाहिए। लालू राज नहीं देखा, नीतीश के राज में उनको जॉब नहीं मिल रही है। वो कह रहा है ना प्रशांत किशोर की बिहार को फैक्ट्री बना दिया है लेबर क्लास का, कि मतलब एक डेवलपमेंट ऑफ अंडर डेवलपमेंट का जो कॉन्सेप्ट था ना आंद्रे गुंदे फ्रैंक का, कि वेस्टर्न कंट्रीज डेवलप करते हैं क्योंकि थर्ड वर्ल्ड कंट्री को पुअर रखा जाए, ग्लोबल साउथ। तो इसी तरह से वो कह रहे हैं कि गुजरात को डेवलप करना है, तमिलनाडु को डेवलप करना है, तो बिहार को गरीब रखो, इसलिए बिहार दी रिसोर्स ताकि बिहार कैप्चर के किया लोग जावे। जो हैं 10,000 रुपए में 5,000 रुपए में जाकर एलीट कैप्चर मजदूरी आर्गुमेंट। करें। पंजाब भी आए 10,000 रुपए के लिए। अच्छा चलो, मैं ब्रेक ਲਈ ਰੁਕ ਰਿਹਾ, ਲੈਟ ਮੀ ਕਮ ਬੈਕ ਫਰੋਮ ਦਾ ਬ੍ਰੇਕ ਐਂਡ ਟਾਕ ਅਬਾਊਟ ਦਾ ਸਟਫ। ਮੈਂ ਆਪਾਂ ਉਹ ਗੱਲ ਕਰੀਏ ਜਿਹੜੀ ਇੱਕ ਗੱਲ ਦੀ ਪੱਕੀ ਗਰੰਟੀ ਹੈ ਕਿ ਬਿਹਾਰ ਵਿੱਚ ਨਹੀਂ ਹੋਣੀ, ਉਹ ਇਹ ਹੈ ਕਿ ਬਿਹਾਰ ਦੇ ਵਿੱਚ ਭਾਈ ਜਨਮ ਵੇਲੇ ਕਿੰਨੇ ਕੁ ਬੱਚੇ ਮਰ ਜਾਂਦੇ ਨੇ, ਕਿੰਨੀਆਂ ਕੁ ਮਾਵਾਂ ਮਰ ਜਾਂਦੀਆਂ ਨੇ, ਦਲਿਤ ਕੋਲ ਕਿੰਨੀ ਕੁ ਜ਼ਮੀਨ ਹੈ, ਕਿੰਨੇ ਕੁ ਪੈਸੇ ਹੈ, ਐਵਰੇਜ ਆਦਮੀ ਕੋਲ ਕਿੰਨੀ ਕੁ ਉਹਦੀ ਇਨਕਮ ਹੁੰਦੀ ਹੈ, ਕਿੰਨੇ ਕੁ ਲੋਕ ਨੇ ਬਿਹਾਰ ਦੇ ਵਿੱਚ ਜਿਹੜੇ ਮਹੀਨੇ 'ਚ ਲੈਟਸ ਸੇ 50,000 ਰੁਪਏ ਤੋਂ ਜ਼ਿਆਦਾ ਕਮਾਉਂਦੇ ਨੇ। ਉੱਥੋਂ ਆਪਾਂ ਨੂੰ ਥੋੜ੍ਹੀ ਜਿਹੀ ਸਟੇਟ ਸਾਹਮਣੇ ਦਿਖਾਈ ਦੇ ਜਾਏਗੀ ਤਾਂ ਕਿ ਪਤਾ ਤਾਂ ਲੱਗੇ ਭਈ ਕਿਹੜੀ ਸਟੇਟ ਲਈ ਐਡੀ ਮਾਰੋ ਮਾਰ ਹੋ ਰਹੀ ਹੈ। ਵੀਲ ਟਾਕ ਮੋਰ ਅਬਾਊਟ ਦਿਸ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਗੱਲ ਕਰ ਰਹੇ ਹਾਂ ਬਿਹਾਰ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਨੇ, ਤੇ ਬਿਹਾਰ ਨਾਲ ਸਾਡਾ ਤਾਲੁਕ ਬੜਾ ਨੇੜੇ ਦਾ। ਚੰਦਰਗੁਪਤ ਮੌਰਿਆ ਦਾ ਐਮਪਾਇਰ ਕਦੋਂ ਦਾ? ਕੋਈ ਮੌਰਿਆ ਐਮਪਾਇਰ 320 BC ਦੇ ਆਸ-ਪਾਸ ਦਾ ਗੁਪਤਾ ਐਮਪਾਇਰ ਦਾ। ਮਤਲਬ ਇਹ ਜਿਹੜਾ ਸਾਡਾ ਪੁਰਾਤਨ ਭਾਰਤ ਸੀ, ਐਂਸ਼ੀਐਂਟ ਇੰਡੀਆ ਜਿਹਨੂੰ ਅਸੀਂ ਕਹਿੰਦੇ ਆ, ਉਹਦਾ ਤੁਸੀਂ ਸਮਝੋ ਵੀ ਸਭ ਤੋਂ ਵੱਡਾ ਐਮਪਾਇਰ ਸੀਗਾ। ਮਤਲਬ ਤੁਸੀਂ ਪੰਜਾਬ ਤੇ ਬਿਹਾਰ ਦਾ ਰਿਸ਼ਤਾ ਸਮਝ ਲਓ ਵੀ ਜਿੰਨਾ ਕੁ ਵੱਡਾ ਇਹ सब कॉन्टिनेंट है ना बड़े सगीर, उन्ना को बड़ा। मतलब बिहार मौर्यन एम्पायर सबसे बड़ा था, मुगल एम्पायर से भी बड़ी उसकी टेरिटरी थी। ਆਪਾਂ ਖਿੱਚ ਦਿੰਨੇ ਆ ਬਾਰਡਰ ਐਦਾਂ ਕਰ ਲਓ ਨਾ ਤੁਸੀਂ, ਪਾਟਲੀਪੁੱਤਰ ਤੁਸੀਂ ਆਪਣਾ ਲਓ ਜਿੱਥੋਂ ਦੇ ਤੁਸੀਂ ਹੋ, ਪਟਨਾ ਤੋਂ, ਪਟਨਾ ਪਲੱਸ ਈਸਟਰਨ ਯੂਪੀ, ਤੁਸੀਂ ਉਹ ਪਾਟਲੀਪੁੱਤਰ ਬਣਾ ਲਿਆ। ਨਾਰਥ ਵਾਲੇ ਪਾਸਿਓਂ ਤੁਸੀਂ ਅੱਜ ਦਾ ਹਰਿਆਣਾ, ਅੱਜ ਦਾ ਪੰਜਾਬ, ਅੱਜ ਦਾ ਹਿਮਾਚਲ, ਈਵਨ ਜੰਮੂ ਦੇ ਵੀ ਪਾਰਟਸ, ਪਾਕਿਸਤਾਨ। ਵੈਸਟ ਦੇ ਵਿੱਚ ਤੁਸੀਂ ਕਰ ਲਓ ਵੀ it extended across Gujarat, Maharashtra, modern Pakistan, including Sindh, including Pakistan वाला पंजाब, पूरब वाले पासे झारखंड, वेस्ट बंगाल, उड़ीसा, बांग्लादेश ਦੇ ਵੀ ਕੁਝ ਹਿੱਸਾ, ਤੇ ਹੇਠਾਂ ਦੱਖਣ ਵਾਲੇ ਪਾਸੇ ਨਾਰਦਰਨ ਕਰਨਾਟਕਾ ਤੱਕ, ਮਤਲਬ ਆਂਧਰਾ ਪ੍ਰਦੇਸ਼ ਦੇ ਵੀ ਹਿੱਸੇ। ਤੁਸੀਂ ਐ ਸਮਝੋ ਵੀ ਕ੍ਰਿਸ਼ਨਾ ਨਦੀ ਤੱਕ ਬਾਰਡਰ ਜਾਂਦਾ ਸੀਗਾ। ਪੈਨਿਨਸੂਲਰ ਇੰਡੀਆ ਛੱਡ ਦੋ, ਤਾਮਿਲਨਾਡੂ, ਕੇਰਲਾ ਤੇ ਇਧਰੋਂ ਨਾਰਥ ਈਸਟ ਦੇ ਪਾਰਟ ਛੱਡ ਦੋ, ਤੇ ਇਹ ਸਾਰਾ ਪਾਟਲੀਪੁੱਤਰ ਸੀਗਾ, ਇਹ ਸਾਰਾ ਮੌਰੀਅਨ ਐਮਪਾਇਰ ਸੀਗਾ। ਤੇ ਬਿਹਾਰੀ ਤੇ ਪੰਜਾਬੀ ਤੇ ਮਰਾਠੇ ਅਸੀਂ ਇੱਕੋ ਹੀ ਅੰਪਾਇਰ ਦੇ ਵਾਸੀ ਸੀ ਭਾਈ, ਸਾਡੇ ਬੜੇ ਕਲੋਜ਼ ਰਿਸ਼ਤੇ ਨੇ। ਇਸ ਕਰਕੇ ਸਮਝਣਾ ਜ਼ਰੂਰੀ ਹੈ ਵੀ ਬਿਹਾਰੀ ਅੱਜ ਕਿੱਥੇ ਖੜੇ ਨੇ। ਅਸ਼ਤੋਸ਼ੀ, ਮੈਂ ਇਹ ਫਿਗਰਸ ਦੇਖ ਰਿਹਾ, ਬਿਹਾਰ ਦਾ ਅਨਇੰਪਲੋਇਮੈਂਟ ਰੇਟ 10.8% ਹੈ, ਇਸ ਦੇਸ਼ ਦਾ ਹਾਈਐਸਟ ਪਾਵਰਟੀ ਰੇਟ। ਕੁੱਲ ਬਿਹਾਰ ਦੇ ਸਿਰਫ 4% ਘਰ ਇਹੋ ਜਿਹੇ ਨੇ, ਸਾਰੇ ਬਿਹਾਰ ਦੇ 4% ਘਰ ਜਿੱਥੇ ਕਿਸੇ ਦੀ ਇਨਕਮ 50,000 ਰੁਪਏ ਮਹੀਨੇ ਤੋਂ ਜ਼ਿਆਦਾ। ਮਲਟੀ ਪਾਵਰਟੀ, ਜਿਹੜਾ ਮਲਟੀ ਡਾਇਮੈਂਸ਼ਨਲ ਪਾਵਰਟੀ ਇੰਡੈਕਸ ਅਸੀਂ ਗਿਣਦੇ ਹਾਂ, ਜਿਹੜਾ ਬਿਹਤਰ ਤਰੀਕਾ ਹੈ ਗਰੀਬੀ ਗਿਣਨ ਦਾ, ਉਹਦੇ ਚ ਬਿਹਾਰ ਸਭ ਤੋਂ ਬੁਰੇ ਤਰ੍ਹਾਂ ਨਾਲ ਪਰਫਾਰਮ ਕਰਨ ਵਾਲੀ ਸਟੇਟ ਹੈ ਪੂਰੇ ਭਾਰਤ ਦੇ ਵਿੱਚ। 9% ਹਿੰਦੁਸਤਾਨ ਦੀ ਪਾਪੂਲੇਸ਼ਨ ਬਿਹਾਰ 'ਚ ਰਹਿੰਦੀ ਹੈ, ਤੇ GDP 'ਚ ਹਿੱਸਾ ਹੈਗਾ 3% ਕੁੱਲ ਮਿਲਾ ਕੇ। ਪਰ ਕੈਪੀਟਾ ਇਨਕਮ ਮੈਨੂੰ ਲੇਟੈਸਟ ਫਿਗਰ 23-24 ਦੀ ਮਿਲੀ ਹੈ, ਉਹ 32,174 ਰੁਪਏ ਹੈ। ਨੈਸ਼ਨਲ ਐਵਰੇਜ ਸਾਡੀ 1,06,000 ਤੋਂ ਉੱਤੇ ਹੈ, ਥੋੜ੍ਹੀ ਜਿਹੀ 1,06,000 ਦੀ ਨੈਸ਼ਨਲ ਐਵਰੇਜ ਹੈ, ਬਿਹਾਰ 32,000 ਤੇ ਖੜਾ ਹੈ। ਤੁਸੀਂ ਬਿਹਾਰ ਦੇ ਦਲਿਤਾਂ ਦਾ ਹਾਲ ਦੇਖੋ, 1/5 ਪੰਜਵਾਂ ਹਿੱਸਾ ਬਿਹਾਰ ਦੀ ਪਾਪੂਲੇਸ਼ਨ ਦਲਿਤ ਹੈ। ਹੁਣ ਨੈਸ਼ਨਲ ਐਵਰੇਜ 16% ਦੀ ਹੈ, ਬਿਹਾਰ ਦੀ 20% ਪਾਪੂਲੇਸ਼ਨ ਦਲਿਤ ਹੈ। ਇਹ 20% ਪਾਪੂਲੇਸ਼ਨ ਕੋਲ ਤੁਸੀਂ ਦੇਖੋ ਵੀ 23 ਸ਼ੈਡਿਊਲਡ ਕਾਸਟ ਨੇ ਉਹਦੇ 'ਚ ਕੁੱਲ ਮਿਲਾ ਕੇ, ਉਹਦੇ 'ਚੋਂ ਜਸਟ 6 ਸ਼ੈਡਿਊਲਡ ਕਾਸਟ ਇਹੋ ਜਿਹੀਆਂ ਨੇ ਜਿਹੜੀਆਂ 90% ਦਲਿਤ ਪਾਪੂਲੇਸ਼ਨ ਹੈ।
ਦੁਸਾਧ, ਰਵਿਦਾਸ, ਮੂਸਾਹਾਰ, ਪਾਸੀ, ਧੋਬੀ ਤੇ ਭੁਈਆ। ਹੁਣ ਇਹਦੇ ਵਿੱਚੋਂ ਸਿਰਫ ਦੁਸਾਧ ਤੇ ਰਵਿਦਾਸੀਆ ਅਲੋਨ 60% ਨੇ। ਤੁਸੀਂ ਇਹ ਦੱਸੋ ਵੀ ਦੁਸਾਧ ਤੇ ਰਵਿਦਾਸੀਆ ਬਾਰੇ ਹਾਂ ਕੋਈ ਇੱਕ ਗੱਲਬਾਤ, ਕੋਈ ਇੱਕ ਬਿਆਨ, ਕਿਸੇ ਇੱਕ ਪਾਰਟੀ ਦੀ ਕੋਈ ਗੱਲਬਾਤ ਮੈਨੂੰ ਬਿਲਕੁਲ ਨਹੀਂ ਸੁਣਾਈ ਦਿੰਦੀ। 40% ਬਿਹਾਰ ਦਾ ਦਲਿਤ ਇਲਿਟਰੇਟ ਹੈ, ਸਿਵਾਏ ਪ੍ਰਸ਼ਾਂਤ ਕਿਸ਼ੋਰ ਤੋਂ ਕੋਈ ਇਹਦੀ ਗੱਲ ਕਰ ਰਿਹਾ। ਨੈਸ਼ਨਲ ਐਵਰੇਜ 50% ਹੈ, ਬਿਹਾਰ ਨੈਸ਼ਨਲ ਐਵਰੇਜ ਤੋਂ ਵੀ ਮਤਲਬ 10% ਥੱਲੇ ਹੈ। फीमेल दलित लिटरेसी देखिए पूर्णिया बिल्कुल ही थल्ले है, बिल्कुल नीचे है, बिल्कुल थल्ले है। ਤੁਸੀਂ ਟੋਟਲ ਲੈਸ ਦੈਨ 6% ਜਿਹੜਾ ਬਿਹਾਰ ਦੇ ਵਿੱਚ ਹਾਇਰ ਐਜੂਕੇਸ਼ਨ ਤੱਕ ਪਹੁੰਚ ਹੈ, ਲੈਸ ਦੈਨ 6%। ਤੁਸੀਂ ਦੱਸੋ ਇਹ ਸਾਰੀਆਂ ਗੱਲਾਂ ਕਿਤੇ ਦਿਖਾਈ ਦੇ ਰਹੀਆਂ ਨੇ ਬਿਹਾਰ ਦੇ ਵਿੱਚ? ਇਹ ਉਹ ਦੇਸ਼ ਹੈ, ਇਹ ਉਹ ਹਿੱਸਾ ਜਿੱਥੇ ਬੜੀ ਦਲਿਤ ਦੀ ਗੱਲ ਹੋ ਰਹੀ ਹੈ ਜੀ, ਇੱਥੇ ਬੜੀ ਮੰਡਲਾਈਜੇਸ਼ਨ ਦੀ ਗੱਲ ਹੋ ਗਈ ਹੈ ਜੀ, ਇੱਥੇ ਸਮਾਜਿਕ ਨਿਆਂ ਦੀ ਗੱਲ ਹੋ ਰਹੀ है। यू थिंक सब बिहार धोखा है? एक्चुअली क्या है ना कि अभी चुनाव हो रहे हैं तो बिहार पे सबकी नजर है। एक बार चुनाव खत्म होता है ना तो बिहार को सब भूल और जब नजर है तब बात नहीं हो रही, जो खत्म हो गया तो किन्ने गल करनी है? ये अभी तक जैसे प्रशांत किशोर ने बात उठाई ना, पलायन की, शिक्षा की, स्वास्थ्य की, ये सब चीजें पहले कौन उठाता था? केवल लालू के चुनाव में सिर्फ एक ही चीज होता था, बुरा बाल उखाड़ दो। मतलब ही वो राजपूत एंटी अपर था, ठीक है। जब नीतीश कुमार आए तो इन्होंने जनरल राज कर करके वोट लिया। इस बार भी आप देखें तो बीजेपी के चुनाव में जनरल राज नहीं आना चाहिए। अब जैसा आप खुद ही कह रहे हैं कि जनरल राज तो कब तक खत्म हुआ, 2005 से तो लालू यादव नहीं है, लेकिन अभी भी वो जनरल राज की बात हो रही है। तो वो तो फ्रेमिंग है ना, सिर्फ नैरेटिव है ना। का मतलब यही है कि भाई इनको कोई आशा है नहीं। मैं मतलब माफ कीजिएगा पर मुझे लगता है रेस्ट ऑफ द इंडिया में इस तरह से कि बिहार का कुछ नहीं हो सकता। ये तो सब सहारन अफ्रीका की तरह है, ये हमेशा वैसा रहा। पर एक तरह से सॉलिड इकोनॉमी का आर्गुमेंट भी है। अब जैसे राज ठाकरे हो या जो शिवसेना हो, ये बिहारियों को गाली देते हैं, बिहारी 100 बीमारी करके, लेकिन इनको बिहारियों की जरूरत है। आप बॉम्बे रहे होंगे, मुंबई, आपने देखा होगा टैक्सी वाला बिहारी होगा। आप केरला जाए, त्रिवेंद्रम, सारे इलेक्ट्रिशियन बिहारी हैं। तो बैंगलोर में सारा मिल्क का जो कारोबार है वो बिहारी करते हैं। पंजाब में यहाँ जितने कॉन्ट्रैक्टर जो न्यू सिटी बन रही है सारे बिहारी हैं। तो बिहारीज आर सर्विंग द होल ऑफ द कंट्री, तो दे आर सर्विंग द मार्केट इकोनॉमी। तो इस तरह से अगर बिहार पुअर भी रहता है, मेरा ये विश्वास हो रहा है तो उसमें पूरे देश को फायदा है। ये सिस्टम तो वर्क कर रहा है। वाह तक्षक जी, तो ये तो देश के लिए बढ़िया है कि बिहार बना रहे। इसे करके आर्गूमेंट नहीं बनता है भी 1000 ਬੱਚੇ ਜੰਮਣ ਤੇ ਹਿੰਦੁਸਤਾਨ ਦੇ ਵਿੱਚੋਂ 1000 ਨਵਜਨਮੇ ਬੱਚਿਆਂ ਵਿੱਚੋਂ 37 ਬੱਚੇ ਮਰ ਜਾਂਦੇ ਨੇ, ਬਿਹਾਰ ਦੇ ਵਿੱਚ 47 ਮਰ ਜਾਂਦੇ ਨੇ, ਤੇ ਜੇ ਉਹ ਦਲਿਤ ਦਾ ਬੱਚਾ ਹੋਵੇ ਤਾਂ ਫਿਰ 55 ਮਰ ਜਾਂਦੇ ਨੇ। ਮਤਲਬ ਦਲਿਤਾਂ ਦੇ ਹੋਰ ਜ਼ਿਆਦਾ ਬੱਚੇ, ਕਿਸੇ ਨੂੰ ਕੋਈ ਤਕਲੀਫ ਨਹੀਂ ਹੈ, ਬਿਹਾਰੀ ਦੇ ਬੱਚੇ ਜ਼ਿਆਦਾ ਮਰਨ ਕੋਈ ਤਕਲੀਫ ਨਹੀਂ ਹੈ। ਇਹ ਪ੍ਰੋਫੈਸਰ ਆਸ਼ੂਤੋਸ਼ ਇਜ਼ ਐਕਚੁਅਲੀ ਡਰਾਇੰਗ ਅ ਮੈਪ ਕਿ ਭਾਈ ਬਿਹਾਰ ਦੇ ਗਰੀਬ ਰਹਿਣ ਦੇ ਵਿੱਚ, ਬਿਹਾਰ ਦੇ ਪਿਛਾਕੜ ਰਹਿ ਜਾਣ ਦੇ ਵਿੱਚ, ਬਿਹਾਰ ਦੇ ਅਨਪੜ੍ਹ ਰਹਿ ਜਾਣ ਦੇ ਵਿੱਚ, ਬਿਹਾਰ ਦੇ ਅਨਇੰਪਲੋਇਮੈਂਟ ਦੇ ਵਧੇ ਰਹਿ ਜਾਣ ਦੇ ਵਿੱਚ, ਉਹਨਾਂ ਦੀ ਆਵਾਜ਼ਾਰੀ ਦੇ ਵਿੱਚ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਦੀ ਖੁਸ਼ਹਾਲੀ ਦੀ ਦਾਸਤਾਨ ਲਿਖੀ ਹੋਈ ਹੈ। ਸੋ ਸਭ ਨੂੰ ਸੂਟ ਕਰਦਾ ਹੈ। ਤੇ ਕਿਹੜੀ ਪੋਲੀਟੀਕਲ ਪਾਰਟੀ ਦਾ ਵੈਸਟਡ ਇੰਟਰਸਟ ਹੈ कि इसको चेंज कर? मैं आपको बताऊं, एक मुझे लगता है कि पंजाब में जैसे होपलेसनेस है ना यूथ में कि बाहर जाना है। पंजाब का यूथ क्या है, आज वो तरह ऑस्ट्रेलिया जाना, न्यूजीलैंड जाना, अमेरिका जाना, वहां जाना। बिहार में भी वही होपलेसनेस है। बिहार का यूथ जो है, अगर आप गाँव के गाँव जाए बिल्कुल खाली मिलेंगे आपको, यूथ है ही नहीं हुआ। अगर आप पटना शहर में कुछ चाहते हैं। तक्षक जी दसो भी बिहार का हाल क्यों? और दूसरा ਇਹਨਾਂ ਸਾਰੀਆਂ ਗੱਲਾਂ ਤੋਂ ਬਾਅਦ ਤਾਂ ਫਿਰ ਬਿਹਾਰ ਦਾ ਬਹੁਤ ਵੱਡਾ ਆਰਗੂਮੈਂਟ ਫੈਡਰਲਿਜ਼ਮ ਦਾ ਆਰਗੂਮੈਂਟ ਬਣਨਾ ਚਾਹੀਦਾ ਸੀਗਾ, ਫੰਡਸ ਦੀ ਡੈਵੋਲੂਸ਼ਨ ਦਾ ਆਰਗੂਮੈਂਟ ਬਣਨਾ ਚਾਹੀਦਾ ਸੀਗਾ, ਸੱਤਾ ਦੇ ਵਿੱਚ ਸ਼ੇਅਰ ਦਾ ਆਰਗੂਮੈਂਟ ਬਣਨਾ ਚਾਹੀਦਾ ਸੀ। ਬਿਹਾਰ ਇਸ ਲੜਾਈ ਦੇ ਵਿੱਚ ਨੰਬਰ 1 ਤੇ ਕਿਉਂ ਨਹੀਂ ਖੜਾ? ਬਿਹਾਰ ਤੇ ਬਿਲकुल ही फाड़ी है, नीतीश कुमार का मुंह नहीं खुलता ਇਹਦੇ ਤੇ। व्हाई इज दैट? नहीं ये डिमांड तो की गई थी कि बिहार को पिछड़ा राज घोषित करेगी केंद्र सरकार, बिहार और उड़ीसा दोनों ने। लेकिन पिछड़ा राज और स्पेशल पैकेज बस उड़ीसा ने ना, दैट इज नॉट आस्किंग फॉर फेडरलिज्म। मैं कहता हूं आपसे कि तेजस्वी इस बात को जानता है कि नई जो पीढ़ी है जो नौकरी के इंतजार में है वो क्या चाहती है। वो बीजेपी जंगल राज का एक माहौल बनाने की कोशिश कर रही है, लेकिन तेजस्वी ने कहा 1 करोड़ लोगों को नौकरी देंगे, और उनकी बात पे लोगों को जो भरोसा हो रहा है उसकी वजह यह है कि नीतीश की सरकार में जब तेजस्वी उप मुख्यमंत्री थे तो उन्होंने धड़ाधड़ सरकारी नौकरियां दी। 5 लाख को कह रहे हैं। उन्होंने लोगों में एक यूथ तबके में एक विश्वास जमाया कि अगर ये चीफ मिनिस्टर बढ़ेगा तो हमको रोजगार मिलेगा, और उसी की वजह से भारतीय जनता पार्टी या एनडीए का जो घोषणा पत्र था उसमें भी 1 करोड़ नौकरी देने का वादा किया गया है। यानी कि
वादे की एक काट मान लो। ਜਿਹੜਾ ਪਹਿਲਾਂ ਇਹ ਸੀਗਾ ਵੀ ਤੇਜਸਵੀ ਤਾਂ ਫਜ਼ੂਲ ਗੱਲਾਂ ਕਰ ਰਹੇ ਨੇ, ਨੌਕਰੀਆਂ ਦਿੱਤੀਆਂ ਨਹੀਂ ਜਾ ਸਕਦੀਆਂ, ਨਾਓ दैट आर्गुमेंट इज ओवर नाउ। वो जो जंगल राज कंपीटिंग आर्गुमेंट। अच्छा, जानते हैं प्रशांत किशोर क्या कह रहे हैं? एसपी सिंह, मैं ये कह रहा हूँ कि प्लीज। जंगल राज की काट के तौर पर तेजस्वी ने कहा और लोगों ने ये भरोसा किया कि जंगल राज तो नई पीढ़ी ने देखा नहीं है। 20 साल से तो नीतीश कुमार है। नीतीश कुमार सेंट्रल गवर्नमेंट से बिहार को क्या दिलवा पाए? कोई ऐसी बड़ी इंडस्ट्री आई हो जिसमें हजारों लोगों को रोजगार मिला हो? तेजस्वी ये कहते हैं कि वोट यहाँ से लेंगे और इंडस्ट्री गुजरात लगेंगी, बिहार में तो जगह ही नहीं है, कहते जमीन ही नहीं है। अब ऐसी ये बात मजाक कैसी लगती है ये बात? और उसमें फिर 1 रुपी पर एकड़ के हिसाब से आप मुफ्त में जमीन दे देते हो। अडानी ਉਹਦਾ ਨਾਮ नहीं लेना चाहिए। तो देखो, मुझे तो ये लगता है कि तेजस्वी का जो वादा है वो नई पीढ़ी 25-30 साल के जो लोग हैं नौकरी के इंतजार में, 65% उनको ये असर भी कर रही है, प्रभावित भी कर रही है। अच्छा, जानते हैं, एक जल्दी से इस पे बोलना चाहूँ, प्रशांत किशोर क्या कह रहे हैं? मैं नौकरियों का वादा नहीं करता, पर मैं शिक्षा चाहता हूँ। मैं नेत्रहाट से पढ़ा हूँ, तो वो नेत्रहाट स्कूल का नाम लेते हैं, रेजिडेंशियल स्कूल है, जब वो झारखंड में चला गया। वो कहते हैं मैं हर एक ब्लॉक में एक नेत्रहाट जैसा अच्छा स्कूल खोलूंगा, तो बिहारी अगर शिक्षा प्रदान करेंगे तो उनको हर एक पूरे देश में नौकरी मिलेगी। तो उनका कहना है कि आप मजदूर के तौर पे मत जाओ, आज ऑफिसर बनकर जाओ। ये भी कह रहे हैं भी मैं पंजाब के होर बिहारी भेजांगा, इस वारी पढ़े लिखे भेजांगा। पढ़े लिखे भेजेंगे। ਅੱਛਾ, ਮੈਨੂੰ ਦੱਸੋ ਹੁਣ ਜੇ ਐਨਡੀਏ ਦੇ ਮੈਨੀਫੈਸਟੋ ਦਾ ਆਪਾਂ ਜਿੱਦਾਂ ਦੀਆਂ ਤੁਸੀਂ ਗੱਲਾਂ ਦੱਸੀਆਂ, ਐਨਡੀਏ ਦੇ ਮੈਨੀਫੈਸਟੋ ਦਾ ਆਪਾਂ ਨਾਮ ਰੱਖ ਦਿੰਦੇ ਆ ਵੀ ਭਾਈ ਇਹ ਪ੍ਰੈਗਮੈਟਿਕ ਡਿਵੈਲਪਮੈਂਟ ਹੈ ਨਾ, ਡਿਵੈਲਪਮੈਂਟਲ ਪ੍ਰੈਗਮੈਟਿਜ਼ਮ। ਤੇਜਸਵੀ ਦਾ ਪੋਪੂਲਿਜ਼ਮ ਕਹਿ ਹੀ ਰਿਹਾ, ਪੋਪੂਲਿਜ਼ਮ ਤਾਂ ਹੈ ਹੀ ਹੈ। ਪ੍ਰਸ਼ਾਂਤ ਕਿਸ਼ੋਰ ਦਾ ਰਿਫਾਰਮਿਜ਼ਮ। ਸੋ ਇਹ ਜਿਹੜਾ ਇਲੈਕਸ਼ਨ ਹੈ, ਇਹ ਰੈਫਰੈਂਡਮ ਹੋਏਗਾ ਜੌਬਸ, ਮਾਈਗ੍ਰੇਸ਼ਨ ਦੇ ਉੱਤੇ, ਕ੍ਰੈਡੀਬਿਲਿਟੀ ਆਫ ਪੋਲੀਟੀਕਲ ਪ੍ਰੋਮਿਸਿਸ ਦੇ ਉੱਤੇ, ਕਿ ਇਹ ਬਿਹਾਰ ਦੇ ਵਿੱਚ ਕੋਈ ਆਈਡੀਓਲੋਜੀਕਲ ਕੰਪੋਨੈਂਟ ਵੀ ਹੈ। ਆਫਟਰ ਆਲ ਭਾਜਪਾ ਦੇ ਨਾਲ ਇੱਕ ਮੇਜਰ ਰਿਵਾਈਵਲਿਸਟ ਹਿੰਦੂਤਵਾ ਦਾ ਇੱਕ ਆਈਡੀਓਲੋਜੀਕਲ ਕੰਪੋਨੈਂਟ ਹੈ। ਕਿ ਬਿਹਾਰ ਆਈਡੀਓਲੋਜੀ ਨੂੰ ਛੱਡ ਕੇ, ਤਿਆਗ ਕੇ ਜੌਬਸ ਵਗੈਰਾ ਇਹਨਾਂ ਸਭ ਚੀਜ਼ਾਂ ਦੇ ਉੱਤੇ ਵੋਟ ਕਰ ਰਿਹਾ, ਕਿ ਉਹ ਆਈਡੀਓਲੋਜੀ ਉੱਥੇ ਇੱਕ ਵੱਡੀ ਚੀਜ਼ ਹੈ, ਤੇ ਭਾਜਪਾ ਹੋਰ ਜੇ ਐਂਟਰੈਂਚ ਹੁੰਦੀ ਹੈ ਤਾਂ ਫਿਰ ਹਿੰਦੂਤਵਾ ਦੇ ਰਿਵਾਈਵਲਿਜ਼ਮ ਦਾ ਪ੍ਰੋਜੈਕਟ एक्चुअली ਹੋਰ ਅੱਗੇ जाएगा, इरिस्पेक्टिव का कोई भी जीते। दैट्स माय लास्ट क्वेश्चन जी। नहीं, मुझे भी लगता है कि हमें चुनाव परिणाम का वेट करना चाहिए। ये बहुत चीजें बताएगा। अगर कास्ट बेसिस पे ही वोटिंग होती है जैसा कि माना जाता है, तब तो फिर यही होगा कि बिहार में कुछ भी नहीं बदला, जैसे बिहार चल रहा था उसी तरह से चल रहा है। और आपको लगता है ऐसा ही होगा मोस्ट लाइकली? कल मैं देख रहा था, वो श्रीनिवासन जयंत का इंटरव्यू था, वो वहाँ आनंद सिंह के, तो कुछ लोगों ने कहा मूछ की लड़ाई है, मूछ पर वोट देंगे। मतलब वो मान रहे हैं कि डेवलपमेंट कुछ नहीं किया आनंद सिंह ने, और चूंकि वो भूमिहार है, हम भूमिहार हैं, तो हम उसके बेसिस पे वोट देंगे। तो अगर इस तरह से चुनाव होते हैं कि कास्ट के बेसिस पे, जैसा आपको पता चल ही जाएगा, जाति पूछो, तो जात, हाँ, तो जात पे अगर वोट होता है तब तो समझिए बिहारी लोग अपने अभिशप्त हैं कि जैसे वो थे वैसे रहेंगे। अभिशप्त मतलब कष्ट, श्राप है उन्होंने, अकाल पुरख, मतलब वो कभी बदलने वाले नहीं है। अगर मान लीजिए कि अगर वोटिंग कुछ अलग तरह से होती है, आप कैंडिडेट को देखेंगे ना, जो बाहुबली अगर फिर से जीत जाते हैं, जो कास्ट के जो लॉर्ड हैं वो जीत जाते हैं, तो इसका मतलब है कि बिहार वहीं का वहीं है। और अगर प्रशांत किशोर की पार्टी को कुछ वोट मिलते हैं या कुछ ऐसे कैंडिडेट को वोट दिए जाते हैं, जैसे शहाबुद्दीन का बेटा खड़ा है, अगर वो जीत जाता है, अगर वो जैसे जितने जो लैटन चौधरी का बेटा खड़ा है, इस टाइप के लोग अगर जीत रहे हैं, आनंद सिंह जीत रहे हैं, मतलब विद ड्यू रिस्पेक्ट टू हिम, अगर जनता चाहे जीतेंगे, जनता मालिक है, तो अगर वो जीत जाते हैं तो इसका मतलब कि बिहार में वही ढर्रे चल रहे हैं। ਚਲੋ ਮੈਂ ਜ਼ਿੰਦਗੀ ਦੇ ਵਿੱਚ ਮਿਰਾਕਲ ਦੇਖਨੇ ਆ, ਸ਼ਾਹਬੁਦੀਨ ਦਾ ਬੇਟਾ ਜਿੱਤੇਗਾ ਤੇ ਫਿਰ ਸੀਪੀਆਈ ਐਮਐਲ ਦੇ ਦੀਪੰਕਰ ਭੱਟਾਚਾਰਿਆ ਦੇ ਨਾਲ ਖੜਾ ਹੋ ਕੇ ਫੋਟੋ ਵੀ ਆਏਗੀ। देखिए ये भी तो है ना, ਚੰਦਰਸ਼ੇਖਰ ਦਾ ਕਾਤਲ ਗਿਣਦੇ ਸੀਗੇ ਸ਼ਾਹਬੁਦੀਨ ਨੂੰ, ਉਹਦਾ ਬੇਟਾ ਤੇ ਸੀਪੀਆਈ ਐਮਐਲ ਦੇ ਲੀਡਰ ਇਕੱਠੇ ਫੋਟੋ ਖਿਚਾਣਗੇ। सीपीएमएल के जो एमएलए हैं वो आरजेडी में शामिल हुए हैं पहले। ये भी है। सो यू थिंक, आखिरी सवाल और छोटा जवाब और ज्यादा थोड़ा सेंसिटिव सवाल है, जे किसी ਨੂੰ ਸਮਝ ਆ ਜਾਏ, ਨਾ ਸਮਝ ਆਵੇ ਤਾਂ ਐਵੇਂ ਫਜ਼ੂਲ ਸਵਾਲ ਹੈ, ਕਿ ਬਿਹਾਰ ਨੂੰ ਦਰਅਸਲ ਇੱਕ ਨਵਾਂ ਮੋਰਲ ਕੰਟਰੈਕਟ ਚਾਹੀਦਾ। ਬਿਹਾਰ ਨੀਡਸ ਅ ਨਿਊ ਮੋਰਲ ਕੰਟਰੈਕਟ, ਜਿਹਦਾ ਵਾਅਦਾ ਨਾ ਬਿਹਾਰ ਮੰਗ ਰਿਹਾ, ਨਾ ਕੋਈ ਬਿਹਾਰ ਨੂੰ ਉਹਦਾ ਵਾਅਦਾ ਕਰ ਰਿਹਾ। ਆਈ ਥਿੰਕ ਸਭ ਤੋਂ ਜ਼ਿਆਦਾ ਤੇ ਡਾਊਨਫਾਲ ਬੇਸਿਕਲੀ ਬਿਹਾਰ ਬਾਰੇ ਅਸੀਂ ਹੀ ਕਹਿ ਸਕਦੇ। ਤੋਂ ਅਫਸੋਸ ਵਾਲੀ ਗੱਲ ਇਹ ਹੈ ਕਿ ਬਿਹਾਰ ਇੱਕ ਮੋਰਲ ਕੰਟਰੈਕਟ ਦੀ ਇੱਕ ਨੈਤਿਕਤਾ ਦੇ ਨਵੇਂ ਆयाम ਦੀ ਮੰਗ ਕਰਦਾ, ਅਤੇ ਉਹ ਗੱਲ ਕਿਧਰੇ ਵੀ ਬਿਹਾਰ ਦੀ ਧਰਤੀ 'ਤੇ ਨਹੀਂ ਹੋ ਰਹੀ, ਜਿੱਥੇ ਨਾਲੰਦਾ ਦੀਆਂ ਗੱਲਾਂ ਹੁੰਦੀਆਂ ਨੇ, ਜਿੱਥੋਂ ਚੰਪਾਰਨ ਵਰਗੇ ਅੰਦੋਲਨ ਉੱਠਦੇ ਨੇ,
ਹੈ ਨਾ, ਜਿੱਥੇ ਸਮਾਜਿਕ ਨਿਆਂ ਦੀ ਗੱਲ ਹੁੰਦੀ ਹੈ, ਜਿਸ ਬਿਹਾਰ ਨੇ ਦੇਸ਼ ਨੂੰ ਇਹ ਰਸਤਾ ਦਿਖਾਇਆ ਸੀ। ਇਹ ਸਭ ਤੋਂ ਅਫਸੋਸ ਦੀ ਗੱਲ ਹੈ। गांधी जी ने वहीं से शुरुआत और की थी। गांधी ਨੂੰ ਖੜਾ ਕਰਨ ਵਾਲਾ 1912 गांधी से तो शुरुआत क्रेडिट किया देते था। हैं कि भाई देश भर ਦੇ ਵਿੱਚ ਮੇਰੀ प्रतिष्ठा ਜੇ ਕਿਸੇ ने बनाई है तो कॉन्स्टिट्यूशन बिहार ने बनाने बनाई है। में हाँ कॉन्स्टिट्यूशन बनाने में कॉन्स्टिट्यूएंट असेंबली में बिहारियों का कितना रोल रहा। ਬਿਲਕੁਲ ਬਿਲकुल। ਸੋ ਮਾੜੀ ਖਬਰ ਇੱਕੋ ਹੀ ਹੈ ਬਿਹਾਰ ਦੀਆਂ ਇਲੈਕਸ਼ਨਾਂ ਤੋਂ, ਜਿਹੜੀ 14 ਨਵੰਬਰ ਨੂੰ ਆਣੀ ਹੈ, ਨਹਿਰੂ ਜੀ ਦੇ ਜਨਮ ਦਿਨ ਵਾਲੇ ਦਿਨ। चुनाव के बाद देखते ਇਹਨਾਂ हैं क्या ਕੰਬਖਤਾਂ होता ਚੋਂ है। ਕਿਸੇ ਇੱਕ ਨਾ ਇੱਕ ਨੇ ਜਿੱਤ हाँ, ਜਾਣਾ चुनाव परिणाम के बाद ਤੇ देखते ਚੀਫ हैं। ਮਿਨਿਸਟਰ ਬਣ ਜਾਣਾ। ਅੱਜ ਲਈ ਇੰਨਾ ਹੀ, ਧੰਨਵਾਦ ਤੇ ਰੱਬ ਰੱਖਾ।